ਦਿਜ ਜਾਤ ਮਹਾ ਅਭਿਮਾਨਾ, ਲਖ ਦੰਬੀ ਤੋਹੇ ਨਾ ਮਾਨਾ। ਉਰ ਕਿਤਕ ਕ੍ਰੋਧ ਤੁਜ ਹੋਵਾ, ਜੋ ਵੱਡ ਤੇ ਲਗ ਕਰ ਜੋਵਾ। ਦਿਜ ਜਾਤ ਮਹਾ ਅਭਿਮਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ, ਦਸਾਂ ਹੀ ਪਾਤਸ਼ਾਹੀਆਂ ਕੀ ਆਤਮਿਕ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਆਰੰਭ ਹੋਏ ਹਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸੰਗਤਾਂ ਨੇ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਪਿਛਲੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਬਿਰਾਜਮਾਨ ਨੇ। ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਵਾਸਤੇ ਆਉਂਦੀਆਂ ਨੇ। ਸਤਿਗੁਰੂ ਜੀ ਦਾ ਨਿਤ ਦਾ ਨੇਮ ਸੀ ਪੈਰ ਰਾਤ ਰਹਿੰਦੇ ਉੱਠਣਾ, ਇਸ਼ਨਾਨ ਕਰਕੇ ਸਮਾਧੀ ਲੀਨ ਹੋਣਾ, ਆਈਆਂ ਸੰਗਤਾਂ ਨੂੰ ਉਪਦੇਸ਼ ਦੇਣਾ, ਹਰ ਰੋਜ਼ ਹਰਿਮੰਦਰ ਸਾਹਿਬ ਹਾਜ਼ਰੀ ਲਵਾਉਣੀ, ਪਰਿਕਰਮਾ ਕਰਕੇ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨੇ, ਇਸ਼ਨਾਨ ਕਰਨੇ, ਸ਼੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਕਰਨੀਆਂ। ਇਹ ਸਤਿਗੁਰੂ ਸਾਹਿਬ ਜੀ ਦਾ ਰੋਜ਼ ਦਾ ਆਪਣਾ ਨੇਮ ਸੀ। ਅੱਜ ਵੀ ਗੁਰ ਸੰਗਤ ਜਿੱਥੇ ਜਿੱਥੇ ਗੁਰੂ ਨਾਨਕ ਨੇ ਨਾਮ ਲੇਵਾ ਸਿੱਖ ਵਸਦੇ ਨੇ, ਅਰਦਾਸ ਦੇ ਵਿੱਚ ਹਰ ਰੋਜ਼ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਲੋਚਾ ਰੱਖਦੇ ਨੇ। ਸਤਿਗੁਰੂ ਜੀ ਸਰੋਵਰ ਦੀਆਂ ਵੱਡੀਆਂ ਪਰਿਕਰਮਾ ਕਰ ਰਹੇ। ਇੱਕ ਕਰਮਕਾਂਡੀ ਬ੍ਰਾਹਮਣ ਦੇਖਿਆ ਜਿਹੜਾ ਸਾਲਗ੍ਰਾਮ ਰੱਖ ਕੇ ਉਸ ਉੱਪਰ ਪੀਲਾ ਬਸਤਰ ਪਾ ਕੇ ਹੱਥ ਵਿੱਚ ਮਾਲਾ ਲੈ ਕੇ ਅੱਖਾਂ ਬੰਦ ਕਰਕੇ ਬੈਠਾ ਸੀ। 12 ਤਿਲਕ ਲਾਏ ਹੋਏ ਨੇ ਸਰੀਰ ਨੂੰ, 6 ਕਰਮ ਇਹਦੇ ਮੁੱਖ ਸਨ। ਜਦੋਂ ਸਤਿਗੁਰੂ ਨੇੜਿਓਂ ਲੰਘੇ ਨੇ, ਨਾਲ ਸਤਿਗੁਰਾਂ ਦੇ ਸਿੱਖ ਸੰਗਤਾਂ ਨੇ, ਮਹਾਰਾਜ ਨੇੜਿਓਂ ਨਿਕਲ ਗਏ। ਸ਼੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਮੁੱਖ ਦਰਵਾਜ਼ਾ ਹੈ, ਦਰਸ਼ਨੀ ਡਿਓੜੀ, ਇੱਥੇ ਖਲੋ ਕੇ ਸਤਿਗੁਰਾਂ ਨੇ ਨਮਸਕਾਰ ਕੀਤੀ। ਜਦੋਂ ਸਤਿਗੁਰੂ ਕੋਲੋਂ ਗਏ ਨੇ ਤੇ ਜਿਹੜਾ ਰਸਤੇ ਵਿੱਚ ਬ੍ਰਾਹਮਣ ਬੈਠਾ ਸੀ, ਇਹਦੇ ਮਨ ਵਿੱਚ ਬੜਾ ਗੁੱਸਾ ਆਇਆ। ਮੇਰੀ ਉੱਚ ਜਾਤੀ ਹੈ, ਮੇਰੇ ਕੋਲ ਸਾਲਗ੍ਰਾਮ ਹੈ, ਇਹਨਾਂ ਨੇ ਇੱਕ ਵਾਰ ਖਲੋ ਕੇ ਵੀ ਮੇਰਾ ਅਦਬ ਸਤਿਕਾਰ ਨਹੀਂ ਕੀਤਾ। ਸਤਿਗੁਰੂ ਜੀ ਨੇ ਇਹਦੇ ਮਨ ਦੀ ਜਾਣ ਲਈ। ਮਹਾਰਾਜ ਆਪਣਾ ਨੇਮ ਪੂਰਾ ਕਰਕੇ ਸਤਿਗੁਰੂ ਪਿਛਾਂ ਆਏ ਨੇ। ਇਸ ਦੇ ਕੋਲ ਆ ਕੇ ਸਤਿਗੁਰੂ ਜੀ ਖਲੋ ਗਏ। ਸਤਿਗੁਰੂ ਜੀ ਕਹਿਣ ਲੱਗੇ ਕਿ ਤੁਸੀਂ ਜਾਤੀ ਦਾ ਮਾਣ ਕਰਦੇ ਹੋ, ਪਰ ਸ਼ੁਭ ਕਰਮਾਂ ਤੋਂ ਖਾਲੀ ਹੋ, ਪਖੰਡ ਦਿਖਾ ਰਹੇ ਹੋ। ਸਾਰ ਅਤੇ ਅਸਾਰ, ਸੱਚ ਅਤੇ ਝੂਠ ਕੀ ਹੈ, ਉਸ ਗੱਲ ਦੀ ਸਮਝ ਨਹੀਂ। ਮਨ ਤਾਂ ਘਰ ਦੇ ਜੰਜਾਲਾਂ ਵਿੱਚ ਫਸਿਆ ਹੈ, ਕੇਵਲ ਬਾਹਰੋਂ ਲੋਕ ਦਿਖਾਵਾ ਕਰ ਰਹੇ ਹੋ। ਜੇ ਮਨ ਠਾਕੁਰ ਦੀ ਪੂਜਾ ਵਿੱਚ ਜੁੜਿਆ ਹੋਵੇ ਤੇ ਫਿਰ ਤੁਹਾਨੂੰ ਨਮਸਕਾਰ ਕਰਨੀ ਬਣਦੀ। ਅੱਗੋਂ ਕਹਿਣ ਲੱਗਾ, ਮਹਾਰਾਜ ਤੁਸੀਂ ਛਤਰੀ, ਅਸੀਂ ਬ੍ਰਾਹਮਣ, ਤੇ ਤੁਹਾਨੂੰ ਵੀ ਬਣਦਾ ਹੈ ਕਿ ਸਾਡਾ ਸਤਿਕਾਰ ਕਰੋ। ਤੇ ਗੁਰਦੇਵ ਕਹਿਣ ਲੱਗੇ, ਗੱਲ ਜਾਤੀ ਦੀ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਰਮ ਨੂੰ ਪ੍ਰਧਾਨਤਾ ਦਿੱਤੀ। ਜਿਹਦੇ ਕਰਮ ਸ਼ੁਭ ਹਨ, ਕਰਮ ਚੰਗੇ ਹਨ, ਉਹ ਨਮਸਕਾਰ ਕਰਨ ਦੇ ਯੋਗ ਹੈ, ਜਿਹੜਾ ਹਿਰਦੇ ਕਰਕੇ ਪਰਮਾਤਮਾ ਦੀ ਭਗਤੀ ਕਰਦਾ ਹੈ। ਜਾਤੀ ਕਰਕੇ ਕੋਈ ਵੀ ਹੋਵੇ। ਸੁਣ ਕੇ ਕਹਿਣ ਲੱਗਾ, ਚਲੋ ਮੇਰੇ ਤਾਂ ਔਗਣ ਸਨ, ਮੇਰਾ ਮਨ ਟਿਕਾ ਵਿੱਚ ਨਹੀਂ ਸੀ। ਮੈਨੂੰ ਇਹ ਦੱਸੋ ਕਿ ਤੁਸੀਂ ਜਿਹੜਾ ਮੇਰਾ ਸਾਲਗ੍ਰਾਮ ਹੈ, ਜਿਹੜੇ ਠਾਕੁਰ ਦੀ ਮੈਂ ਪੂਜਾ ਕਰ ਰਿਹਾ ਪਾਹਨ ਦੀ, ਇਹਦਾ ਸਤਿਕਾਰ ਅਦਬ ਕਿਉਂ ਨਹੀਂ ਕੀਤਾ? ਤੇ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਗੁਰਦੇਵ ਕਹਿਣ ਲੱਗੇ ਕਿ ਤੁਹਾਡਾ ਠਾਕੁਰ, ਤੁਹਾਡਾ ਜਿਹੜਾ ਸਾਲਗ੍ਰਾਮ ਹੈ ਨਾ, ਇਹ ਬਹੁਤ ਛੋਟਾ ਹੈ,
ਤੁਸੀਂ ਕੇਵਲ ਉਹ ਭਗਵਾਨ ਨੂੰ, ਪਰਮੇਸ਼ਰ ਨੂੰ ਇੱਕ ਪੱਥਰ 'ਚ ਕਲਪੀ ਬੈਠੇ ਹੋ। ਆਰਾਮ ਕਲੀ ਰਾਗ ਦੇ ਵਿੱਚ ਸਤਿਗੁਰਾਂ ਨੇ ਪਾਵਨ ਸ਼ਬਦ ਉਚਾਰਿਆ ਤੇ ਉਪਦੇਸ਼ ਬਖਸ਼ਿਸ਼ ਕੀਤਾ ਸਾਰਿਆਂ ਨੂੰ ਸਾਂਝਾ। ਮੁਖ ਤੇ ਪੜਤਾ ਟੀਕਾ ਸਹਿਤ, ਹਿਰਦੈ ਰਾਮ ਨਹੀਂ ਪੂਰਨ ਰਹਿਤ। ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੇ, ਆਪਣਾ ਕਹੇ ਆਪ ਨਾ ਕਮਾਵੇ। ਪੰਡਿਤ ਵੇਦ ਵਿਚਾਰ ਪੰਡਿਤ, ਮਨ ਕਾ ਕ੍ਰੋਧ ਨਿਵਾਰ ਪੰਡਿਤ। ਆਗੈ ਰਾਖਿਓ ਸਾਲ ਗ੍ਰਾਮ, ਮਨ ਕੀਨੋ ਦੈ ਦਿਸ ਬਿਸਰਾਮ। ਤਿਲਕ ਚਰਾਵੇ ਪਾਈ ਪਾਏ, ਲੋਕ ਪਚਾਰਾ ਅੰਧ ਕਮਾਏ। ਖਟ ਕਰਮਾ ਰਾਸਣ ਧੋਤੀ, ਭਾਗਟ ਗਰੇ ਪੜੈ ਨਿਤ ਪੋਥੀ। ਮਾਲਾ ਫੇਰੈ ਮੰਗੈ ਬਪੂਤ, ਇਹ ਬਿਦ ਓਏ ਨ ਤਰਿਓ ਮੀਤ। ਸੋ ਪੰਡਿਤ ਗੁਰ ਸ਼ਬਦ ਕਮਾਏ, ਤ੍ਰੈ ਗੁਣ ਕੀ ਓਸ ਉਤਰੀ ਮਾਏ। ਚਤੁਰਵੇਦ ਪੂਰਨ ਹਰ ਨਾਏ, ਨਾਨਕ ਤਿਸ ਕੀ ਸਰਣੀ ਪਾਏ। ਜਿਹੜਾ ਉਪਦੇਸ਼ ਨੂੰ ਕਮਾਉਂਦਾ ਹੈ, ਜਿਹੜਾ ਉਪਦੇਸ਼ ਦੂਜਿਆਂ ਨੂੰ ਸੁਣਾ ਰਿਹਾ, ਆਪ ਉਹਦੀ ਕਮਾਈ ਕਰਦਾ ਹੈ। ਮਹਾਰਾਜ ਕਹਿੰਦੇ ਨੇ ਤਿੰਨਾਂ ਗੁਣਾਂ ਦੀ ਪੰਡ ਜਿਹਨੇ ਉਤਾਰ ਦਿੱਤੀ ਹੈ, ਉਹ ਪੰਡਿਤ ਸਤਿਕਾਰਯੋਗ ਹੈ। ਤੇ ਅੱਗੇ ਗੁਰਦੇਵ ਕਹਿੰਦੇ ਹਨ ਕਿ ਅਕਾਲ ਪੁਰਖ ਪਰਮੇਸ਼ਰ ਜਿਹੜਾ ਸਾਡਾ ਠਾਕੁਰ ਹੈ, ਉਹ ਬਹੁਤ ਵੱਡਾ ਹੈ। ਜਿਸ ਨੇ ਬ੍ਰਹਮਾ, ਵਿਸ਼ਨ, ਸ਼ਿਵ, ਸਰਸਵਤੀ, ਦੇਵਤੇ, ਇਹ ਸਾਰਾ ਸੰਸਾਰ ਜਿਸ ਨੇ ਪੈਦਾ ਕੀਤਾ, ਬਣਾਇਆ, ਸਾਡਾ ਮਾਲਕ, ਸਾਡਾ ਠਾਕੁਰ ਉਹ ਹੈ। ਤੁਸੀਂ ਉਹਨੂੰ ਬਹੁਤ ਛੋਟਾ ਕਲਪੀ ਬੈਠੇ ਹੋ, ਤੁਸੀਂ ਉਹਨੂੰ ਬਹੁਤ ਛੋਟਾ ਕਰੀ ਬੈਠੇ ਹੋ ਕਿ ਪ੍ਰਮਾਤਮਾ ਸਾਲਗ੍ਰਾਮ ਠਾਕੁਰ ਇੰਨਾ ਕੀ ਹੈ। ਸਤਿਗੁਰੂ ਜੀ ਕਹਿੰਦੇ ਨੇ ਤਿੰਨਾਂ ਲੋਕਾਂ ਦੇ ਵਿੱਚ ਉਹਦਾ ਆਪਣਾ ਪਸਾਰਾ ਹੈ, ਤਿੰਨਾਂ ਲੋਕਾਂ ਵਿੱਚ ਉਹਦਾ ਆਪਣਾ ਨਿਵਾਸ ਹੈ। ਹਰੇਕ ਦੇ ਹਿਰਦੇ ਵਿੱਚ ਕਿਤੇ ਵੀ ਕੋਈ ਥਾਂ ਐਸਾ ਨਹੀਂ ਜਿੱਥੇ ਉਹਦਾ ਨਿਵਾਸ ਨਹੀਂ ਹੈ। ਉਹ ਵੱਡਿਆਂ ਤੋਂ ਵੱਡਾ ਹੈ, ਨਿਮਖ ਦੇ ਵਿੱਚ ਸੰਸਾਰ ਨੂੰ ਸਾਜਣ ਵਾਲਾ ਹੈ। ਤੁਸੀਂ ਉਹਨੂੰ ਕੇਵਲ ਪੱਥਰ ਮੰਨੀ ਬੈਠੇ ਹੋ। ਪੱਥਰ ਤਾਂ ਕੇਵਲ ਜੜ ਹੈ, ਬਹੁਤ ਛੋਟਾ ਹੈ, ਉਹਦੇ ਵਿੱਚ ਕੋਈ ਸਮਰੱਥਾ, ਕੋਈ ਤਾਕਤ ਨਹੀਂ। ਨਾ ਪੱਥਰ ਬੋਲਦਾ ਹੈ, ਨਾ ਕੁਝ ਖਾਂਦਾ ਹੈ, ਨਾ ਕੁਝ ਕਿਸੇ ਤੋਂ ਲੈਂਦਾ ਹੈ ਤੇ ਨਾ ਕੁਝ ਕਿਸੇ ਨੂੰ ਦੇ ਸਕਦਾ ਹੈ। ਇਹ ਬਚਨ ਆਪਾਂ ਬਾਣੀ 'ਚ ਵੀ ਪੜ੍ਹਦੇ ਹਾਂ। ਨਾ ਪਾਥਰ ਬੋਲੇ, ਨਾ ਕਛ ਦੇ, ਫੋਕਟ ਕਰਮ ਨਿਹਫਲ ਹੈ ਸੇਵ। ਜਿਹੜਾ ਪੱਥਰ ਆਪ ਜੜ ਹੈ, ਨਾ ਬੋਲਦਾ ਹੈ, ਨਾ ਕੁਝ ਲੈਂਦਾ ਹੈ, ਨਾ ਦਿੰਦਾ ਹੈ। ਕਈ ਵਾਰੀ ਸਮਾਜ ਵਿੱਚ ਵਿਚਰਦੇ ਹਾਂ, ਕੁਝ ਐਸੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਨੇ ਕਿ ਜੀ ਤੁਸੀਂ ਇਹ ਕਹਿੰਦੇ ਹੋ ਕਿ ਪੱਥਰ ਦੇ ਪੁਜਾਰੀ, ਉਹਨਾਂ ਦੇ ਅੰਦਰ ਵੀ ਪੱਥਰ ਨੇ, ਤੇ ਫਿਰ ਸਿੱਖ ਕਿਸ ਦਾ ਪੁਜਾਰੀ ਹੈ? ਕਿ ਇਹ ਵੀ ਇੱਕ ਪੁਸਤਕ ਦਾ ਪੁਜਾਰੀ ਹੈ? ਸੰਗਤ ਜੀ, ਸਿੱਖ ਇਕੱਲੀ ਕਿਸੇ ਪੁਸਤਕ ਦਾ ਪੁਜਾਰੀ ਨਹੀਂ, ਸਿੱਖ ਦਾ ਗੁਰੂ ਹੈ ਸ਼ਬਦ ਗੁਰੂ। ਤੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਾਰੇ ਗੁਰੂ ਸਾਹਿਬਾਨਾਂ ਅਤੇ ਭਗਤ ਸਾਹਿਬਾਨਾਂ ਦੇ ਸ਼ਬਦ ਦਰਜ ਹਨ। ਗੁਰੂ ਕਲਗੀਧਰ ਸਾਹਿਬ ਜੀ ਦੇ ਬਚਨ ਹਨ, ਜਾਗਤ ਜੋਤ ਜਪੈ ਨਿਸਬਾਸੁਰ। ਸਿੱਖ ਦਾ ਗੁਰੂ ਜਾਗਤ ਜੋਤ ਹੈ। ਜਦੋਂ ਵੀ ਗੁਰੂ ਚਰਨਾਂ ਵਿੱਚ ਆ ਕੇ ਅਰਦਾਸ ਕਰਕੇ ਬੈਠਦੇ ਹਾਂ ਤੇ ਜੋ ਮਨ ਵਿੱਚ ਬੇਨਤੀ ਲੈ ਕੇ ਆਏ ਹੁੰਦੇ ਹਾਂ, ਉਹ ਹੁਕਮ ਰਾਹੀਂ ਆਪਾਂ ਸਰਵਣ ਕਰਦੇ ਹਾਂ ਤੇ ਫਿਰ ਉਹ ਹੁਕਮ ਗੁਰੂ ਦਾ ਹੁਕਮ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਸਾਰੀ ਸ੍ਰਿਸ਼ਟੀ ਦਾ ਉਧਾਰ ਕਰਤਾ ਨੇ, ਸਾਰੇ ਸੰਸਾਰ ਨੂੰ ਸਾਂਝਾ ਉਪਦੇਸ਼ ਦੇ ਰਹੇ ਨੇ। ਇਸ ਲਈ ਸਿੱਖ ਦਾ ਗੁਰੂ ਸ਼ਬਦ ਗੁਰੂ ਹੈ। ਸ਼ਬਦ ਦੀ ਹੋਂਦ ਸਦੀਵ ਕਾਲ ਕਾਇਮ ਰਹਿੰਦੀ। ਇੱਕ ਜਗ੍ਹਾ ਭਗਤ ਜੀ ਨੇ ਵੀ ਇਹ ਬਚਨ ਜਿਹੜੇ ਹਨ ਉਪਦੇਸ਼ ਵਜੋਂ ਬਖਸ਼ੇ ਹਨ। ਕਿਸੇ ਮਾਲਣ ਨੂੰ ਦੇਖ ਕਰਕੇ ਜਦੋਂ ਉਹ ਦਰਖਤ ਰੁੱਖ ਦੇ ਨਾਲੋਂ ਪੱਤੇ ਤੋੜ ਰਹੀ ਹੈ, ਫੁੱਲ ਤੋੜ ਰਹੀ ਹੈ, ਉਸ ਵੇਲੇ ਇਹ ਸਾਰਾ ਕੁਝ ਦੇਖ ਕਰਕੇ ਭਗਤ ਜੀ ਨੇ ਪੁੱਛਿਆ ਸੀ ਕਿ ਫੁੱਲ, ਇਹ ਪੱਤੇ ਕਾਸ ਵਾਸਤੇ? ਤੇ ਮਾਲਣ ਕਹਿਣ ਲੱਗੀ ਕਿ ਮੈਂ ਠਾਕੁਰ ਦੀ ਪੂਜਾ ਵਾਸਤੇ, ਸਾਲਗ੍ਰਾਮ ਦੀ ਪੂਜਾ ਲਈ ਇਹ ਪੱਤੇ ਅਤੇ ਫੁੱਲ ਤੋੜ ਕੇ ਲਿਜਾ ਰਹੀ ਹਾਂ। ਮੈਂ ਪੱਥਰ ਦੀ, ਠਾਕੁਰ ਦੀ ਪੂਜਾ ਕਰਾਂਗੀ। ਉਸ ਵੇਲੇ ਭਗਤ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ, ਪਾਤੀ ਤੋਰੈ ਮਾਲਨੀ, ਪਾਤੀ ਪਾਤੀ ਜੀਓ। ਜਿਸ ਪਾਹਨ ਕੋ ਪਾਤੀ ਤੋਰੈ, ਸੋ ਪਾਹਨ ਨਰਜੀਵ। ਭੂਲੀ ਮਾਲਨੀ ਹੈ ਇਹੋ, ਸਤਿਗੁਰ ਜਾਗਤਾ ਹੈ ਦੇਵ। ਕਹਿਣ ਲੱਗੇ, ਐ ਮਾਲਣ ਤੂੰ ਭੁੱਲੀ ਬੈਠੀ ਹੈ। ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ, ਸੋ ਪਾਹਨ ਨਰਜੀਵ। ਕਹਿਣ ਲੱਗੇ, ਐ ਮਾਲਣ, ਆ ਜਿਹੜੀਆਂ ਤੂੰ ਫੁੱਲ ਪੱਤੀਆਂ ਤੋੜ ਰਹੀ ਹੈ ਨਾ ਠਾਕੁਰ ਦੀ ਪੂਜਾ ਵਾਸਤੇ, ਉਹ ਠਾਕੁਰ ਨਿਰਜਿੰਦ ਹੈ, ਉਹਦੇ ਵਿੱਚ ਤਾਂ ਕੋਈ ਜਿੰਦ ਹੈ ਹੀ ਨਹੀਂ।
ਪੱਥਰ ਵਿੱਚ ਕਿਹੜੀ ਜਿੰਦ ਹੈ? ਪੱਥਰ ਤਾਂ ਇੱਕ ਜੜ ਹੈ, ਪਰ ਜਿਹੜੇ ਰੁੱਖ ਤੋਂ ਟਾਹਣ ਨਾਲੋਂ ਤੂੰ ਫੁੱਲ ਤੋੜਨ ਲੱਗੀ ਹੈ, ਇੱਕ ਗੱਲ ਸੋਚ ਤੇ ਵਿਚਾਰ ਕੇ ਦੇਖ ਕਿ ਉਸ ਰੁੱਖ ਦੇ ਵਿੱਚ ਟਾਹਣੀਆਂ ਦੇ ਵਿੱਚ ਜਿੰਦ ਹੈ। ਸਗੋਂ ਭਗਤ ਜੀ ਨੇ ਤਿੰਨੇ ਦੇਵਤੇ ਉਸ ਰੁੱਖ ਦੇ ਵਿੱਚ ਕਲਪੇ ਹਨ। ਬ੍ਰਹਮ ਪਾਤੀ, ਵਿਸ਼ਨ ਡਾਰੀ, ਫੂਲ ਸੰਕਲ ਦੇਵ। ਕਹਿਣ ਲੱਗੇ ਬ੍ਰਹਮਾ ਹੈ ਪੱਤੇ, ਵਿਸ਼ਨੂੰ ਹੈ ਟਾਹਣੀ ਤੇ ਸ਼ਿਵ ਹੈ ਫੁੱਲ। ਤੀਨ ਦੇਵ ਪ੍ਰਤੱਖ ਤੋਰੇ ਕਰਹਿ ਕਿਸ ਕੀ ਸੇਵ। ਤਿੰਨ ਦੇਵਤੇ ਤਾਂ ਤੂੰ ਮਾਲਣੇ, ਪ੍ਰਤੱਖ ਤੋੜ ਦਿੱਤੇ। ਬ੍ਰਹਮਾ ਪੱਤਿਆਂ ਵਿੱਚ ਵਸ ਰਿਹਾ ਸੀ, ਵਿਸ਼ਨੂੰ ਤਾਂ ਟਾਹਣੀ ਵਿੱਚ ਵਸਦਾ ਹੈ ਤੇ ਫੁੱਲਾਂ ਵਿੱਚ ਸ਼ਿਵ ਜੀ ਵਸ ਰਿਹਾ ਹੈ। ਤਿੰਨ ਦੇਵਤੇ ਪ੍ਰਤੱਖ ਤੋੜੇ ਕਰਹਿ ਕਿਸ ਕੀ ਸੇਵ। ਕਿਹਦੀ ਸੇਵਾ ਕਰਨ ਲੱਗੀ ਹੈ? ਇੱਕ ਪੱਥਰ ਦੀ, ਜਿਹੜਾ ਪੱਥਰ ਨਿਰਜਿੰਦ ਹੈ। ਇਸੇ ਤਰ੍ਹਾਂ ਇਹ ਉਪਦੇਸ਼ ਭਗਤ ਜੀ ਨੇ ਬਖਸ਼ਿਸ਼ ਕੀਤਾ ਹੈ। ਇਹੋ ਹੀ ਉਪਦੇਸ਼ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਦੱਸਿਆ। ਮਹਾਰਾਜ ਕਹਿੰਦੇ ਨੇ ਕਿ ਉਹ ਠਾਕੁਰ ਜਿਹੜਾ ਹੈ ਸਾਰੇ ਸੰਸਾਰ ਵਿੱਚ ਉਹਦਾ ਨਿਵਾਸ ਹੈ। ਤਿੰਨ ਲੋਕ ਉਹ ਪਰਮਾਤਮਾ ਦੇ ਆਪਣੇ ਨੇ, ਸਾਰਿਆਂ ਦੇ ਹਿਰਦੇ ਵਿੱਚ ਉਹ ਬੈਠਾ ਹੈ। ਇਸ ਲਈ ਉਹਨੂੰ ਕੇਵਲ ਪੱਥਰ ਵਿੱਚ ਕਲਪੀ ਰੱਖਣਾ ਕਿ ਇੰਨਾ ਕੁ ਪਰਮਾਤਮਾ, ਇਹ ਰੱਬ ਦਾ ਘਰ ਤੇ ਪੱਥਰ ਵਿੱਚ ਉਹਦਾ ਨਿਵਾਸ, ਤੇ ਬਾਕੀਆਂ ਦੇ ਹਿਰਦੇ ਵਿੱਚ ਕੌਣ ਬੈਠਾ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਆਪਾਂ ਸਵਈਆਂ ਅੰਦਰ ਪੜ੍ਹਦੇ ਹਾਂ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ, ਕਾਹੂ ਪਛਾ ਕੋ ਸੀਸ ਨਿਵਾਇਓ। ਕੋ ਬੁਤਾਨ ਕੋ ਪੂਜਤ ਹੈ ਪਸ, ਕੋ ਮ੍ਰਿਤਾਨ ਕੋ ਪੂਜਨ ਧਾਇਓ। ਕੂਰ ਕਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਪਰ ਜੇ ਇੰਨੇ ਬਚਨ ਸੁਣ ਕੇ ਵੀ ਸਮਝ ਨਾ ਲੱਗੇ ਤੇ ਫਿਰ ਆਪਣੀ ਭੁੱਲ ਹੋ ਸਕਦੀ ਹੈ, ਆਪਣੀ ਗਲਤੀ ਹੋ ਸਕਦੀ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆ ਕੇ ਸਿਰ ਵੀ ਨਿਵਾਉਣਾ ਕਿ ਅਸੀਂ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ, ਸਿਰ ਨਿਵਾਉਂਦੇ ਹਾਂ, ਪਰ ਗੁਰੂ ਦੀ ਨਹੀਂ ਮੰਨਦੇ। ਗੁਰੂ ਤਾਂ ਕਹਿ ਰਹੇ ਹਨ ਕਿ ਤੂੰ ਇੱਕ ਜਾਗਤ ਜੋਤ ਦਾ ਉਪਾਸ਼ਕ ਬਣ, ਉਹ ਪਰਮਾਤਮਾ ਦਾ ਉਪਾਸ਼ਕ ਬਣ, ਉਹਦੀ ਭਗਤੀ ਕਰ, ਜਿਹਦਾ ਨਿਵਾਸ ਤਿੰਨਾਂ ਲੋਕਾਂ ਵਿੱਚ ਹੈ, ਸਾਰਿਆਂ ਦੇ ਹਿਰਦਿਆਂ ਵਿੱਚ ਉਹਦੀ ਜੋਤ ਹੈ। ਜੇ ਹਿੰਦੂ ਅੰਦਰ ਬੈਠਾ ਹੈ ਤੇ ਮੁਸਲਮਾਨ ਅੰਦਰ ਵੀ ਉਸੇ ਦੀ ਹੀ ਜੋਤ ਹੈ, ਉਹਦੇ ਨਾਲ ਤੂੰ ਨਫ਼ਰਤ ਕਿਉਂ ਕਰਦਾ ਹੈ? ਫਲਾਣੇ ਧਰਮ ਦੇ ਨਾਲ ਬੋਧੀ ਹੈ, ਜੈਨੀ ਹੈ, ਅਨੇਕਾਂ ਧਰਮਾਂ ਦੇ ਲੋਕ ਹਨ, ਪਰ ਸਾਰਿਆਂ ਵਿੱਚ ਹਰੀ ਪਰਮਾਤਮਾ ਦਾ ਆਪਣਾ ਨਿਵਾਸ ਹੈ। ਜਦੋਂ ਤੂੰ ਕਿਸੇ ਇੱਕ ਨਾਲ ਨਫ਼ਰਤ ਕਰਕੇ ਦੇਖਦਾ ਹੈ ਕਿ ਫਲਾਣਾ ਹੈ, ਤੇ ਫਿਰ ਲੱਗਦਾ ਹੈ ਕਿ ਤੂੰ ਪਰਮਾਤਮਾ ਦੀ ਹੋਂਦ ਤੋਂ ਬਹੁਤ ਦੂਰ ਹੈ। ਹਾਲੇ ਤੱਕ ਇਸ ਗੱਲ ਦੀ ਸਮਝ ਹੀ ਨਹੀਂ ਪਈ ਕਿ ਉਹ ਵਸਦਾ ਕਿੱਥੇ, ਉਹਦਾ ਨਿਵਾਸ ਕਿੱਥੇ। ਜੇ ਸਮਝ ਪੈ ਜਾਂਦੀ ਫਿਰ ਨਫ਼ਰਤ ਨਾ ਹੁੰਦੀ। ਕਿਸੇ ਬੰਦੇ ਨਾਲ ਫਿਰ ਨਫ਼ਰਤ ਨਾ ਕਰਦਾ, ਕਿਸੇ ਧਰਮ ਨਾਲ, ਕਿਸੇ ਪਹਿਰਾਵੇ ਨਾਲ ਤੇਰੀ ਨਫ਼ਰਤ ਨਾ ਹੁੰਦੀ। ਪਰ ਹਲੇ ਤੱਕ ਗੱਲ ਸਮਝ ਵਿੱਚ ਹੀ ਨਹੀਂ ਪੈ ਰਹੀ ਕਿ ਉਹਦਾ ਨਿਵਾਸ ਕਿੱਥੇ ਹੈ। ਕਿਉਂ ਨਹੀਂ ਪੈ ਰਹੀ? ਕਿਉਂਕਿ ਕੇਵਲ ਉਹਨੂੰ ਪੱਥਰ ਵਿੱਚ ਹੀ ਕਲਪਿਆ ਹੋਇਆ। ਕੇਵਲ ਆਪਾਂ ਉਹਨੂੰ ਛੋਟੇ ਜਿਹੇ ਨਿਵਾਸ ਸਥਾਨ 'ਤੇ ਦੇਖਦੇ ਹਾਂ ਕਿ ਉਹਦਾ ਘਰ ਹੈ। ਅਸਲ ਵਿੱਚ ਗੁਰਦੁਆਰੇ ਆਏ ਹਾਂ, ਕਿਸੇ ਮੰਦਰ ਵਿੱਚ ਸਨਾਤਨ ਮੱਤ ਵਾਲੇ ਵੀਰ ਜਾਂਦੇ ਨੇ, ਇਸਲਾਮ ਮੱਤ ਵਾਲੇ ਜਿਹੜੇ ਹਨ ਉਹ ਮਸੀਤ ਅੰਦਰ ਜਾਂਦੇ ਨੇ। ਇਹ ਉੱਥੋਂ ਜਾ ਕੇ ਆਪਾਂ ਉਪਦੇਸ਼ ਲੈਂਦੇ ਹਾਂ, ਚੰਗਾ ਉਪਦੇਸ਼। ਈਸਾਈ ਮੱਤ ਵਾਲੇ ਵੀਰ ਜਿਹੜੇ ਨੇ ਉਹਨਾਂ ਦੀਆਂ ਚਰਚਾ ਹਨ। ਸਾਰੇ ਇੱਕ ਧਰਮ ਦਾ ਉਪਦੇਸ਼ ਲੈਣ ਵਾਸਤੇ ਜਾਂਦੇ ਆ ਅਤੇ ਉੱਥੋਂ ਉਪਦੇਸ਼ ਕੀ ਮਿਲਦਾ ਹੈ? ਧਰਮ ਗ੍ਰੰਥ ਸਾਰੇ ਕਹਿੰਦੇ ਨੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀ। ਕਿ ਸਾਰੇ ਧਰਮ ਗ੍ਰੰਥ ਕਹਿ ਰਹੇ ਨੇ ਕਿ ਮਨੁੱਖਾ ਜਨਮ ਮਿਲਿਆ ਬਹੁਤ ਕੀਮਤੀ ਹੈ। ਪਰਮਾਤਮਾ ਦੀ ਭਗਤੀ ਕਰੋ, ਰੱਬ ਦੀ ਇਬਾਦਤ ਕਰੋ, ਖੁਦਾ ਦੀ ਇਬਾਦਤ ਕਰਕੇ ਹੀ ਉਹਦੀ ਪ੍ਰਾਪਤੀ ਵਾਲੇ ਹੋਈਦਾ ਹੈ। ਜਦੋਂ ਉਹਦੀ ਭਗਤੀ ਵਿੱਚ ਜੁੜ ਜਾਈਏ ਫਿਰ ਸਭੈ ਘਟ ਆਰਾਮ ਬੋਲੈ, ਆਰਾਮਾਂ ਬੋਲੈ, ਆਰਾਮ ਬਿਨਾ ਕੋ ਬੋਲੈ ਰੇ। ਫਿਰ ਇਹ ਸਭ ਕੁਝ ਦਿਸਦਾ ਹੈ ਕਿ ਸਾਰਾ ਪਸਾਰਾ ਹੀ ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਉਪਦੇਸ਼ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ। ਆਓ ਗੁਰ ਸੰਗਤ ਜੀ, ਚੱਲ ਰਹੀ ਲੜੀਵਾਰ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਸਾਰੀ ਹੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਿਜ ਜਾਤ ਮਹਾ ਅਭਿਮਾਨਾ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜਾ ਅਭਿਮਾਨੀ ਪੰਡਤ ਸੀ, ਉਹਦਾ ਮਾਣ ਦੂਰ ਕਰਦਿਆਂ ਹੋਇਆਂ ਸਤਿਗੁਰੂ ਉਪਦੇਸ਼ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰ ਰਹੇ ਨੇ। ਗੁਰਦੇਵ ਕਹਿੰਦੇ ਨੇ ਤੇਰੀ ਬ੍ਰਾਹਮਣ ਜਾਤੀ ਹੈ, ਇਸ ਗੱਲ ਦਾ ਤੇਰੇ ਅੰਦਰ ਅਭਿਮਾਨ ਅਹੰਕਾਰ ਹੈ। ਲੱਖ ਦੰਬੀ ਤੋਹੇ ਨਾ ਮਾਨਾ। ਉੱਚ ਜਾਤੀ ਹੈ ਤੇਰੀ,
ਪਰ ਤੇਰੇ ਅੰਦਰ ਪਖੰਡ ਸੀ। ਪਖੰਡੀ ਜਾਣ ਕਰਕੇ ਤੈਨੂੰ ਸਤਿਕਾਰ ਨਹੀਂ ਮਿਲਿਆ। ਇੱਥੇ ਤਾਂ ਰੱਬ ਦੇ ਪਿਆਰਿਆਂ ਦਾ ਸਤਿਕਾਰ ਹੈ, ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਨੇ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਹੜੇ ਅਕਾਲ ਪੁਰਖ ਪਰਮਾਤਮਾ ਦੇ ਉਪਾਸ਼ਕ ਨੇ, ਬਾਣੀ ਪੜ੍ਹਨੀ ਆਪਣੇ ਲਈ, ਪਰਮੇਸ਼ਰ ਦਾ ਨਾਮ ਜਪਣਾ ਆਪਣੇ ਲਈ, ਪਰ ਜਪਦਿਆਂ ਜਪਦਿਆਂ ਐਸੀ ਬਖਸ਼ਿਸ਼ ਵਰਤਦੀ ਹੈ ਕਿ ਜਿਹੜੇ ਜਪਣ ਵਾਲੇ ਨੇ ਉਹਨਾਂ ਦਾ ਦੁਨੀਆ ਦੇ ਵਿੱਚ ਸਤਿਕਾਰ, ਮਾਣ, ਉਹਨਾਂ ਦੀ ਇੱਜ਼ਤ ਜਿਹੜੀ ਹੈ ਉਹ ਪਰਮਾਤਮਾ ਬਹੁਤ ਦੂਣੀ ਚੌਣੀ ਕਰ ਦਿੰਦਾ ਹੈ। ਜਿਸ ਤਰ੍ਹਾਂ ਭਗਤ ਜੀਆਂ ਦੇ ਜੀਵਨ ਪੜ੍ਹਦੇ ਹਾਂ ਕਿ ਇੰਨਾ ਮਾਨ ਸਨਮਾਨ ਮਿਲਿਆ ਕਿ ਉੱਚ ਜਾਤੀ ਵਾਲੇ ਜਿਨ੍ਹਾਂ ਨੂੰ ਜਾਤੀ ਦਾ ਮਾਣ ਸੀ, ਜਦੋਂ ਭਗਤ ਜੀ ਦੀ ਮਹਿਮਾ ਹੋਈ ਤੇ ਫਿਰ ਉਹਨਾਂ ਦੇ ਸਿਰ ਦੇ ਉੱਤੇ ਹੀ ਰਾਜੇ ਨੇ ਛਤਰ ਝੁਲਾ ਦਿੱਤਾ। ਜਸ ਦਾ ਛਤਰ ਝੁਲਿਆ ਤੇ ਭਗਤ ਰਵਿਦਾਸ ਜੀ ਨੇ ਫਿਰ ਸ਼ੁਕਰਾਨਾ ਕੀਤਾ। ਉਹਨਾਂ ਦੇ ਬਚਨ ਆਪਾਂ ਪੜ੍ਹਦੇ ਹਾਂ, ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰ, ਹਿਰਦੈ ਰਾਮ ਗੋਬਿੰਦ ਗੁਣ ਸਾਰੰ। ਅੱਗੇ ਭਗਤ ਜੀ ਨੇ ਬਚਨ ਦ੍ਰਿੜ ਕਰਵਾਏ ਨੇ, ਤਰ ਤਾਰ ਪਵਿੱਤਰਤਾ ਅਪਵਿੱਤਰ ਕਰ ਮਾਨੀਆਂ ਰੇ ਜੈਸੇ ਕਾਗਰਾ ਕਰਤ ਵਿਚਾਰ। ਜਿਸ ਤਰ੍ਹਾਂ ਤਾਰੀ ਦਾ ਰੁੱਖ ਹੈ, ਇਹਦੇ ਪੱਤੇ ਅਪਵਿੱਤਰ ਕਰਕੇ ਮੰਨੇ ਜਾਂਦੇ ਨੇ। ਤਰ ਤਾਰ ਪਵਿੱਤਰ ਕਰ ਮਾਨੀਆਂ ਰੇ ਜੈਸੇ ਕਾਗਰਾ ਕਰਤ ਵਿਚਾਰੰ, ਕਿ ਤਾੜੀ ਦੇ ਰੁੱਖ ਤੋਂ ਫਿਰ ਪੱਤਾ ਬਣਦਾ ਹੈ। ਭਗਤ ਭਾਗਾਓ ਤੇ ਲਿਖੀਆ ਤੇ ਉਪਰੈ ਪੂਜੀਆ ਕਰ ਨਮਸਕਾਰ। ਭਗਤ ਜੀ ਕਹਿੰਦੇ ਜਦੋਂ ਪਰਮਾਤਮਾ ਦਾ ਜਸ ਤਾੜੀ ਦੇ ਰੁੱਖ ਦੇ ਪੱਤਿਆਂ ਦੇ ਉੱਤੇ ਲਿਖਿਆ ਜਾਂਦਾ ਹੈ ਨਾ, ਤੇ ਫਿਰ ਉਹਨਾਂ ਪੱਤਿਆਂ ਨੂੰ ਨਮਸਕਾਰ ਹੋਣ ਲੱਗ ਪੈਂਦੀ। ਤਾੜੀ ਦੇ ਰੁੱਖ ਤੋਂ ਤਾਂ ਸ਼ਰਾਬ ਨਿਕਲਦੀ, ਨਸ਼ਾ ਨਿਕਲਦਾ ਹੈ। ਉੱਚ ਜਾਤੀ ਵਾਲੇ ਚੰਗੇ ਚੰਗੇ ਵਿਦਵਾਨ ਲੋਕ ਉਹਨੂੰ ਚੰਗਾ ਨਹੀਂ ਸੀ ਸਮਝਦੇ, ਪਰ ਤਾੜੀ ਦੇ ਰੁੱਖ ਦਾ ਪੱਤਾ ਬਹੁਤ ਵੱਡਾ ਹੁੰਦਾ ਹੈ। ਉਹਦੇ ਉੱਤੇ ਫਿਰ ਧਰਮ ਗ੍ਰੰਥ ਲਿਖੇ ਗਏ, ਉਹਦੇ ਉੱਤੇ ਪ੍ਰਮਾਤਮਾ ਦਾ, ਪ੍ਰਭੂ ਦਾ ਜਸ ਜਦੋਂ ਲਿਖਿਆ ਗਿਆ ਤੇ ਉਹਨਾਂ ਪੱਤਿਆਂ ਦਾ ਸਤਿਕਾਰ ਹੋਇਆ। ਭਗਤ ਜੀ ਨੇ ਦ੍ਰਿਸ਼ਟਾਂਤ ਦੇ ਕੇ ਅੱਗੇ ਕਿਹਾ, ਤਰਤਾਰ ਪਵਿੱਤਰ ਕਰ ਮਾਨੀਆਂ ਰੇ ਜੈਸੇ ਕਾਗਰਾ ਕਰਤ ਵਿਚਾਰੰ, ਭਗਤ ਭਗਾਉਤ ਲਿਖੀਆ ਤਹਿ ਉਪਰੈ ਪੂਜੀਆ ਕਰ ਨਮਸਕਾਰੰ। ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ, ਨਿਤ ਹੈ ਬਨਾਰਸੀ ਆਸ ਪਾਸਾ। ਕਹਿਣ ਲੱਗੇ ਮੇਰੀ ਜਾਤੀ ਚਮਾਰ ਘਰਾਣੇ ਦਾ ਮੇਰਾ ਜਨਮ ਹੈ ਨਾ, ਮੇਰੀ ਜਾਤ ਕੁੱਟ ਬਾਂਡਲਾ, ਮੈਂ ਮਰੇ ਹੋਏ ਪਸ਼ੂਆਂ ਦੇ ਚੰਮ ਢੋਂਦੇ ਨੇ ਸਾਡੇ ਬੰਦੇ। ਢੋਰ ਢਵੰਤਾ, ਪਸ਼ੂ ਢੋ ਰਹੇ ਨੇ। ਨਿਤ ਹੈ ਬਨਾਰਸੀ ਆਸ ਪਾਸਾ, ਬਨਾਰਸ ਦੇ ਆਸ ਪਾਸ ਦੇ ਲੋਕ ਇਹ ਸਾਰੀ ਗੱਲ ਜਾਣਦੇ ਨੇ। ਪਰ ਅਬ ਵਿਪਰ ਪ੍ਰਧਾਨ ਕਰਹਿ ਡੰਡੌਤ, ਤੇਰਾ ਨਾਮ ਸਰਣਾਏ ਰਵਿਦਾਸ ਦਾਸਾ। ਜਦੋਂ ਤੇਰੇ ਨਾਮ ਦੀ, ਤੇਰੀ ਚਰਨਾਂ ਦੀ ਸ਼ਰਨ ਲਈ, ਤੇਰੇ ਚਰਨਾਂ ਵਿੱਚ ਆ ਕੇ ਤੇਰਾ ਨਾਮ ਜਪਿਆ, ਤੇ ਫਿਰ ਉੱਚ ਜਾਤੀ ਵਾਲੇ ਜਿਹੜੇ ਬ੍ਰਾਹਮਣ ਸਾਨੂੰ ਭਗਤ ਰਵਿਦਾਸ ਜੀ ਦੇ ਚਰਨਾਂ ਤੇ ਮੱਥਾ ਟੇਕਣ ਲੱਗੇ। ਇੰਨਾ ਮਾਣ, ਇੰਨਾ ਸਤਿਕਾਰ ਪਰਮਾਤਮਾ ਦੀ ਭਗਤੀ ਕਰਕੇ ਪ੍ਰਾਪਤ ਹੋਇਆ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ, ਦਿਜ ਜਾਤ ਮਹਾ ਅਭਿਮਾਨ। ਤੈਨੂੰ ਜਾਤੀ ਦਾ ਮਾਣ ਹੈ, ਪਰ ਅਸਲ ਵਿੱਚ ਉੱਪਰੋਂ ਦਿਖਾ ਪਖੰਡ ਰਿਹਾ ਹੈ, ਹਿਰਦੇ ਵਿੱਚ ਹੋਰ ਕੁਝ ਹੈ। ਔਰ ਕਿਤਕ ਕ੍ਰੋਧ ਤੁਝ ਹੋਵਾ, ਨਾਲੇ ਉਤੋਂ ਧਰਮ ਦਾ ਪਹਿਰਾਵਾ ਪਹਿਨਿਆ, ਪਰ ਅੰਦਰ ਜਿਹੜਾ ਸੀ ਹਿਰਦਾ ਉਹ ਕ੍ਰੋਧ ਨਾਲ ਤੂੰ ਭਰ ਲਿਆ। ਜੋ ਵੱਡ ਤੇ ਲਗ ਕਰ ਜੋਵਾ, ਜਾਤੀ ਕਰਕੇ ਤੂੰ ਵੱਡਾ ਹੈ, ਪਰ ਔਗਣਾ ਕਰਕੇ ਤੈਨੂੰ ਛੋਟਾ ਦੇਖ ਰਹੇ ਹੈ। ਉਹ ਪਰਮਾਤਮਾ ਕਾਲ ਪੁਰਖ ਬਹੁਤ ਵੱਡਾ ਹੈ, ਪਰ ਤੂੰ ਉਸ ਨੂੰ ਇੱਕ ਪੱਥਰ ਵਿੱਚ ਕਲਪ ਕੇ, ਇੱਕ ਛੋਟੇ ਜਿਹੇ ਸਾਲ ਗ੍ਰਾਮ ਦੇ ਵਿੱਚ ਸਮਝ ਕੇ ਉਹਨੂੰ ਬਹੁਤ ਛੋਟਾ ਮੰਨਿਆ ਹੈ। ਪ੍ਰਭ ਸਭ ਤੇ ਵੱਡੋ ਵਡੇਰੋ, ਅਕਾਲ ਪੁਰਖ ਪਰਮੇਸ਼ਰ ਵੱਡਿਆਂ ਤੋਂ ਵੱਡਾ ਹੈ। ਸੋ ਪਾਹਨ ਇਹ ਮਤ ਤੇਰੋ, ਪਰ ਤੇਰੇ ਮਤ ਵਿੱਚ ਇਹੋ ਹੀ ਤੈਨੂੰ ਖਿਆਲ ਹੈ ਕਿ ਉਹ ਕੇਵਲ ਪੱਥਰ ਵਿੱਚ ਹੀ ਹੈ। ਸਭ ਹੂੰ ਤੇ ਲਗ ਕਰ ਦੀਨਾ, ਤੂੰ ਸਾਰਿਆਂ ਤੋਂ ਵੱਡੇ ਪਰਮਾਤਮਾ ਨੂੰ, ਵਾਹਿਗੁਰੂ ਨੂੰ ਬਹੁਤ ਛੋਟਾ ਕਰਕੇ ਸਮਝਿਆ ਹੈ। ਕਿਵੇਂ ਹੋਵੈ ਪ੍ਰਭੂ ਪਰਸੀਨਾ, ਇਹ ਦੱਸ ਕਿ ਤੇਰੇ ਉੱਤੇ ਪ੍ਰਭੂ ਦੀ ਪਰਸੀਨਾ ਖੁਸ਼ੀ ਕਿਸ ਤਰ੍ਹਾਂ ਹੋਵੇਗੀ। ਜਿਹੜਾ ਇੰਨਾ ਵੱਡਾ ਹੋਵੇ ਉਹਨੂੰ ਐਵੇਂ ਛੋਟਾ ਕਰਕੇ ਦਸੀਏ ਕਿ ਉਹ ਬਹੁਤ ਉਹ ਇੰਨਾ ਕੁ ਹੈ, ਤੇ ਫਿਰ ਉਹਦੀ ਪ੍ਰਸੰਨਤਾ, ਉਹਦੀ ਖੁਸ਼ੀ ਤੁਸੀਂ ਕਿਸ ਤਰ੍ਹਾਂ ਲਓਗੇ। ਜਗ ਪਾਤਸ਼ਾਹ ਵੱਡ ਜੋਈ, ਇੱਕ ਦ੍ਰਿਸ਼ਟਾਂਤ ਦਿੰਦੇ ਨੇ ਸਤਿਗੁਰੂ ਜੀ, ਕਹਿੰਦੇ ਜਿਸ ਤਰ੍ਹਾਂ ਕੋਈ ਜਗਤ ਦਾ ਪਾਤਸ਼ਾਹ ਹੋਵੇ, ਜਗਤ ਦਾ ਵੱਡਾ ਰਾਜਾ ਹੋਵੇ, ਤਿਹ ਮੀਆਂ ਕਹਿ ਕੇ ਕੋਈ, ਉਸ ਰਾਜੇ ਨੂੰ ਕੋਈ ਕਵੇ ਕਿ ਆਓ ਮੀਆਂ ਜੀ, ਇਹ ਸਤਿਕਾਰ ਹੋਇਆ। ਇੰਨਾ ਵੱਡਾ ਕੋਈ ਰਾਜਾ ਹੈ ਤੇ ਉਹਨੂੰ ਕੋਈ ਮੀਆਂ ਜੀ ਕਹੀ ਜਾਵੇ। ਕੋਈ ਛੋਟਾ ਜਿਹਾ ਕਵੇ ਕਿ ਆਓ ਸਰਦਾਰ ਸਾਹਿਬ, ਕਿਸੇ ਛੋਟੇ ਨੂੰ ਕਹਿ ਦਿਓ, ਉਹ ਤਾਂ ਬਹੁਤ ਵੱਡਾ ਰਾਜਾ, ਬਹੁਤ ਵੱਡਾ ਬਾਦਸ਼ਾਹ ਸੀ, ਤੇ ਰਾਜੇ ਨੂੰ ਇਹੋ ਹੀ ਕਿਹਾ ਜਾਵੇਗਾ ਕਿ ਆਓ ਮਹਾਰਾਜ ਜੀ ਆਇਆਂ ਨੂੰ। ਪਰ ਇੰਨੇ ਵੱਡੇ ਰਾਜੇ ਨੂੰ ਕੋਈ ਮੀਆਂ ਜੀ ਕਹੇ,
ਇਹ ਸਤਕਾਰ ਨਹੀਂ ਬਣਦਾ। ਮਨ ਲਖੈ ਕਰੋਂ ਵਡਿਆਈ। ਮਨ ਵਿੱਚ ਇਹ ਸੋਚੇ ਕਿ ਮੈਂ ਇਹਦੀ ਬੜੀ ਵਡਿਆਈ ਕਰ ਰਿਹਾ, ਮੈਂ ਇਹਦਾ ਬਹੁਤਾ ਜਸ ਕਰ ਰਿਹਾ ਹਾਂ। ਕਿਮ ਰੀਝੈ ਦੇਹੋ 부ਝਾਈ। ਇਹ ਗੱਲ ਸਮਝ ਲਓ ਕਿ ਉਹ ਤੁਹਾਡੇ ਤੇ ਖੁਸ਼ ਕਿਸ ਤਰ੍ਹਾਂ ਹੋਵੇਗਾ। ਅਸ ਮੇਰੋ ਠਾਕੁਰ ਜੋਈ। ਇਸ ਤਰ੍ਹਾਂ ਗੁਰਦੇਵ ਜੀ ਕਹਿੰਦੇ ਹਨ ਕਿ ਜਿਹੜਾ ਮੇਰਾ ਠਾਕੁਰ, ਮੇਰਾ ਪਰਮੇਸ਼ਰ, ਜਿਹਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਹਾਂ, ਸਭਿਨ ਤੇ ਉਪਰ ਸੋਈ। ਉਹ ਸਾਰਿਆਂ ਤੋਂ ਉੱਪਰ ਹੈ, ਉੱਚਾ ਹੈ, ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਇੰਨਾ ਉੱਚਾ ਹੈ ਤੂੰ ਮੇਰੋ ਮੇਰ ਪਰਬਤ ਸੁਆਮੀ। ਓਟ ਗਹੀ ਮੈਂ ਤੇਰੀ, ਨਾ ਤੁਮ ਡੋਲਹੁ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਉਹ ਉੱਚਿਆਂ ਤੋਂ ਉੱਚਾ ਹੈ, ਜਿਹੜਾ ਸਾਰੇ ਬ੍ਰਹਿਮੰਡ ਦੇ ਵਿੱਚ ਨਿਵਾਸ ਰੱਖਦਾ ਹੈ। ਇੰਨਾ ਵੱਡਾ ਬ੍ਰਹਿਮੰਡ ਜਿੱਥੇ ਤੱਕ ਹਲੇ ਕਿਸੇ ਦੀ ਪਹੁੰਚ ਵੀ ਨਹੀਂ ਹੋ ਸਕੀ। ਹਰ ਰੋਜ਼ ਸਾਇੰਸਦਾਨ ਵੀ ਕਹਿੰਦੇ ਨੇ ਕਿ ਫਲਾਣੀ ਖੋਜ ਕਰ ਲਈ, ਫਲਾਣੀ ਧਰਤੀ ਤੇ ਪਹੁੰਚ ਗਏ। ਹਰ ਰੋਜ਼ ਨਵੀਂ ਤੋਂ ਨਵੀਆਂ ਖੋਜਾਂ ਜਾਰੀ ਨੇ। ਪਰ ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ। ਜਿਸ ਸ੍ਰਿਸ਼ਟੀ ਦੇ ਕਰਤਾ ਪਰਮਾਤਮਾ ਵਾਹਿਗੁਰੂ ਜੀ ਦੀ ਰਚਨਾ ਦਾ ਹੀ ਕੋਈ ਅੰਤ ਨਹੀਂ ਪਾ ਸਕਿਆ, ਉਹਦਾ ਅੰਤ ਕੋਈ ਕਿਸ ਤਰ੍ਹਾਂ ਪਾ ਸਕੇ। ਇੰਨਾ ਵੱਡਾ ਪਰਮਾਤਮਾ ਤੇ ਉਹਨੂੰ ਤੁਸੀਂ ਕੇਵਲ ਇੱਕ ਪੱਥਰ ਵਿੱਚ ਕਲਪ ਰਹੇ ਹੋ। ਮਹਾਰਾਜ ਕਹਿੰਦੇ ਤਾਂ ਇਸ ਤਰ੍ਹਾਂ, ਜਿਸ ਤਰ੍ਹਾਂ ਬਹੁਤ ਵੱਡਾ ਕੋਈ ਰਾਜਾ ਹੋਵੇ ਤੇ ਉਹਨੂੰ ਕੋਈ ਕਵੇ ਆਓ ਮੀਆਂ ਜੀ, ਆਓ ਸਰਦਾਰ ਜੀ, ਜਾਂ ਸਰਦਾਰਾਂ ਦੇ ਸਰਦਾਰ। ਪਰ ਬਾਦਸ਼ਾਹ ਤੇ ਬਾਦਸ਼ਾਹ ਮਹਾਰਾਜਾ ਹੁੰਦਾ ਹੈ, ਇਸ ਲਈ ਉਹਨੂੰ ਕੋਈ ਛੋਟੀ ਜਿਹੀ ਪਦਵੀ ਵਾਲਾ ਸਤਿਕਾਰ ਦਿੱਤਾ ਜਾਵੇ ਤਾਂ ਉਹਦਾ ਅਦਬ ਸਤਿਕਾਰ ਨਹੀਂ ਹੁੰਦਾ। ਇਸ ਕਰਕੇ ਪਰਮਾਤਮਾ ਬਹੁਤ ਵੱਡਾ, ਉਹਨੂੰ ਉੱਚਿਆਂ ਤੋਂ ਵੀ ਉੱਚਾ ਕਹੀਏ, ਵੱਡਿਆਂ ਤੋਂ ਵੀ ਵੱਡਾ ਕਹੀਏ। ਸਹਿਸ ਫਨੀ ਜਪਿਓ ਸਿੱਖ ਨਾਗੈ ਹਰ ਜਪਤਿਆ, ਅੰਤ ਨਾ ਪਾਵੇ। ਜਿਹਦਾ ਅੰਤ ਕੋਈ ਹਜ਼ਾਰਾਂ ਜ਼ੁਬਾਨਾਂ ਦੇ ਨਾਲ ਹਰ ਰੋਜ਼ ਨਵੇਂ ਤੋਂ ਨਵੇਂ ਨਾਮ ਲੈਂਦਾ, ਜਿਹੜਾ ਸ਼ੇਸ਼ਨਾਗ, ਉਹ ਅੰਤ ਨਾ ਪਾ ਸਕਿਆ। ਤੁਸੀਂ ਕੇਵਲ ਇੱਕ ਉਹਨੂੰ ਕਹੋ ਕਿ ਪੱਥਰ ਸਾਲਗ੍ਰਾਮ ਵਿੱਚ ਹੀ ਉਹ ਰਹਿੰਦਾ ਹੈ, ਇਹ ਉਹਦਾ ਕਿਸ ਤਰ੍ਹਾਂ ਅਦਬ ਸਤਿਕਾਰ ਹੋਵੇਗਾ। ਤੇ ਰੂਪ ਸੁਨਹੁ ਦਿਜ ਕਾਨਾ। ਐ ਦਿਜ ਬ੍ਰਾਹਮਣ, ਐ ਪੰਡਤ ਜੀ, ਕੰਨ ਦੇ ਕੇ ਉਹਦਾ ਸਰੂਪ ਸੁਣੋ। ਤੇ ਇਹ ਉਪਦੇਸ਼ ਸਤਿਗੁਰਾਂ ਦਾ ਸਾਰਿਆਂ ਲਈ, ਸਾਰੀ ਸ੍ਰਿਸ਼ਟੀ ਲਈ ਹੈ। ਤੇ ਸੁਣੋ ਜਿਹੜੇ ਕੇਵਲ ਉਹਨੂੰ ਕਬਰਾਂ ਵਿੱਚ, ਰੁੱਖਾਂ ਵਿੱਚ, ਕੇਵਲ ਤਾਂ ਕੇਵਲ ਪੱਥਰਾਂ ਵਿੱਚ ਉਹਨੂੰ ਕਲਪੀ ਬੈਠੇ ਨੇ ਕਿ ਉਹ ਇੱਥੇ ਇੱਕ ਨਿਵਾਸ ਰੱਖਦਾ ਹੈ। ਕੇਵਲ ਇੱਕ ਫਲਾਣਾ ਕੋਈ ਵਿਸ਼ੇਸ਼ ਕਰਕੇ ਜਾਨਵਰ ਲੈ ਲੈਣਾ ਕਿ ਉਹਦੇ ਵਿੱਚ ਉਹ ਵੱਸਦਾ ਹੈ ਤੇ ਬਾਕੀਆਂ ਵਿੱਚ ਉਹਦਾ ਨਿਵਾਸ ਨਹੀਂ। ਜੇ ਦਰਸ਼ਨ ਕੀਤੇ ਨੇ ਤੇ ਫਿਰ ਉੱਚੀ ਬਿਰਤੀ ਰੱਖ ਕੇ ਭਗਤ ਜੀਆਂ ਵਾਂਗੂ, ਜਿਸ ਤਰ੍ਹਾਂ ਭਗਤ ਨਾਮਦੇਵ ਜੀ ਨੇ, ਜੇ ਕੂਕਰ ਵੀ ਦੇਖਿਆ ਤੇ ਕੂਕਰ ਮਗਰ ਵੀ ਘਿਓ ਲੈ ਕੇ ਦੌੜਦੇ ਨੇ, ਕਹਿੰਦੇ ਸਵਾਮੀ ਜੀ ਰੁੱਖੀ ਨਾ ਖਾਇਓ। ਇੰਨੀ ਵੱਡੀ ਦ੍ਰਿਸ਼ਟੀ, ਇੰਨੀ ਉੱਚ ਦ੍ਰਿਸ਼ਟੀ। ਕੇਵਲ ਇੱਕ ਜਾਨਵਰ ਵਿੱਚ ਉਹਨੂੰ ਕਲਪਨਾ ਕਿ ਫਲਾਣੇ ਜਾਨਵਰ ਵਿੱਚ ਉਹਦਾ ਸਰੂਪ ਹੈ, ਪੱਥਰ ਵਿੱਚ ਉਹ ਨਿਵਾਸ ਰੱਖਦਾ ਹੈ ਤੇ ਬਾਕੀ ਸੰਸਾਰ ਉਹਦੇ ਤੋਂ ਖਾਲੀ ਥੋੜ੍ਹੀ ਹੈ। ਸਾਰਿਆਂ ਵਿੱਚ ਉਹਦਾ ਸਰੂਪ ਹੈ। ਕੰਨ ਦੇ ਕੇ ਸੁਣੋ ਕਿ ਉਹਦਾ ਸਰੂਪ ਕਿੰਨਾ ਵੱਡਾ ਹੈ। ਤਬ ਸ੍ਰੀ ਗੁਰ ਸ਼ਬਦ ਬਖਾਨਾ। ਸਤਿਗੁਰਾਂ ਨੇ ਪਾਵਨ ਸ਼ਬਦ ਉਚਾਰਨ ਕੀਤਾ ਉਪਦੇਸ਼ ਦਿੰਦਿਆਂ ਹੋਇਆਂ। ਆਸਾ ਮਹੱਲਾ ਪੰਜਵਾ। ਆਸਾ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਆਠ ਪਹਿਰ ਉਦਕ ਇਸ਼ਨਾਨੀ। ਗੁਰਦੇਵ ਬਖਸ਼ਿਸ਼ ਕਰਦੇ ਨੇ 8 ਪਹਿਰ। ਤੁਸੀਂ ਕਹਿੰਦੇ ਹੋ ਕਿ ਕੁਝ ਸਮਾਂ, ਕੁਝ ਵਕਤ ਆਪਾਂ ਉਹਦਾ ਇਸ਼ਨਾਨ ਕਰਾ ਦਿੱਤਾ। ਉਦਕ ਨਾਮ ਪਾਣੀ ਦਾ ਵੀ, ਕਿ ਪਾਣੀ ਦੇ ਨਾਲ ਪਾਹਨ ਪੱਥਰ ਦਾ ਸਾਲਗ੍ਰਾਮ ਦਾ ਇਸ਼ਨਾਨ ਕਰਾਇਆ ਜਾਂਦਾ ਹੈ। ਬ੍ਰਾਹਮਣਾਂ ਵੱਲੋਂ ਉਹਨਾਂ ਦੀ ਇਹ ਰੀਤੀ ਹੈ, ਉਹ ਰੀਤੀ ਅਪਣਾਉਂਦੇ ਹਨ ਕਿ ਸਾਲਗ੍ਰਾਮ ਦਾ ਇਸ਼ਨਾਨ ਕਰਾਉਣਾ ਹੈ। ਸਮਾਂ ਹੋ ਗਿਆ। ਗੁਰਦੇਵ ਕਹਿੰਦੇ ਨੇ ਸੁਣੋ ਭਾਈ, ਜਿਹੜਾ ਸਾਡਾ ਸਾਲਗ੍ਰਾਮ ਹੈ ਨਾ, ਉਹ ਕਿੰਨਾ ਵੱਡਾ ਹੈ। 8 ਪਹਿਰ ਉਦਕ ਇਸ਼ਨਾਨੀ। ਇਹ ਜਿੰਨਾ ਵੀ ਸੰਸਾਰ ਵਿੱਚ, ਬ੍ਰਹਿਮੰਡ ਵਿੱਚ ਪਾਣੀ ਹੈ, ਇਹ ਉਸੇ ਪਰਮਾਤਮਾ ਵਾਹਿਗੁਰੂ ਦਾ ਇਸ ਪਾਣੀ ਵਿੱਚ ਨਿਵਾਸ ਹੈ। 8 ਪਹਿਰ ਉਹਦਾ ਇਸ਼ਨਾਨ ਜਿਹੜਾ ਹੈ ਉਹ ਕੁਦਰਤੀ ਹੋ ਰਿਹਾ ਹੈ। ਸਦ ਹੀ ਭੋਗ ਲਗਾਏ ਸੋ ਗਿਆਨੀ। ਤੁਸੀਂ ਤਾਂ ਕਿਸੇ ਸਮੇਂ ਉਹਨੂੰ ਭੋਗ ਲਵਾਉਂਦੇ ਹੋ ਨਾ, ਕਿ ਹੁਣ ਸਮਾਂ ਹੋਇਆ ਤੇ ਠਾਕੁਰ ਨੂੰ ਭੋਗ ਲਵਾ ਦਈਏ, ਨਹੀਂ ਤਾਂ ਠਾਕੁਰ ਨਾਰਾਜ਼ ਹੋ ਜਾਵੇਗਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ ਜਿਹੜਾ ਸਾਡਾ ਠਾਕੁਰ ਹੈ ਉਹਨੂੰ ਗਿਆਨੀ ਸਦਾ ਹੀ ਭੋਗ ਲਵਾਉਂਦੇ। ਕਿਸ ਤਰ੍ਹਾਂ? ਆ ਜਿੰਨੇ ਪਦਾਰਥ ਭੋਗ ਰਹੇ ਨੇ ਗਿਆਨੀ, ਸਭ ਤੋਂ ਪਹਿਲਾਂ ਹੱਥ ਵਿੱਚ ਪ੍ਰਸ਼ਾਦਾ ਲੈ ਕੇ ਹਰੇਕ ਗੁਰਸਿੱਖ ਕਹਿੰਦਾ ਵਾਹਿਗੁਰੂ ਤੇਰਾ ਸ਼ੁਕਰ ਹੈ। ਜੁੜੀਆਂ ਹੋਈਆਂ ਰੂਹਾਂ ਕਹਿੰਦੀਆਂ ਨੇ ਐ ਰਾਮ ਹੈ, ਪਰਮਾਤਮਾ ਹੈ, ਖੁਦਾ ਤੇਰੀ ਦਿੱਤੀ ਹੋਈ ਦਾਤ ਇਹ ਸਾਨੂੰ ਨਸੀਬ ਹੋਈ ਹੈ, ਇਹਨੂੰ ਆਪਾਂ ਖਾਣ ਲੱਗੇ ਹਾਂ ਤੇ ਸਭ ਤੋਂ ਪਹਿਲਾਂ ਭੋਗ ਕਿਹਨੂੰ ਲਵਾਇਆ ਜਾਂਦਾ ਹੈ? ਪਰਮਾਤਮਾ। ਗੁਰੂ ਅਮਰਦਾਸ ਮਹਾਰਾਜ ਜੀ ਦਾ ਨਿਵਾਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭਾਈ ਬੱਲੂ ਜੀ ਰਸੋਈਏ ਸਨ। ਮਹਾਰਾਜ ਨੂੰ ਬੇਨਤੀ ਕੀਤੀ ਸਤਿਗੁਰੂ ਇੰਨੇ ਤਰ੍ਹਾਂ ਦੇ ਪਦਾਰਥ ਲੰਗਰ ਵਿੱਚ ਤਿਆਰ ਹੁੰਦੇ ਨੇ, ਦੂਰ ਦੁਰਾੜਿਓਂ ਸੰਗਤਾਂ ਲੰਗਰ ਆ ਕੇ ਛਕਦੀਆਂ ਨੇ, ਕਿਉਂਕਿ ਗੋਇੰਦਵਾਲ ਸਾਹਿਬ ਦਾ ਨੇਮ ਸੀ। ਸਤਿਗੁਰਾਂ ਨੇ ਬਣਾਇਆ ਪਹਿਲਾਂ ਪੰਗਤ ਪਾਛੈ ਸੰਗਤ। ਪਹਿਲਾਂ ਪੰਗਤ ਵਿੱਚ ਬੈਠੋ, ਲੰਗਰ ਛਕੋ, ਫਿਰ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਦੇ ਸੀ। ਰਸ ਅੰਮ੍ਰਿਤ ਖੀਰ ਘਿਆਲੀ।
ਤੇ ਮਹਾਰਾਜ ਆਪ ਤਾਂ ਤੁਸੀਂ ਹਰ ਰੋਜ਼ ਇੱਕ ਦਲੀਆ ਛਕਦੇ ਹੋ ਤੇ ਬਾਕੀ ਆ ਸਾਰੇ ਪਦਾਰਥ ਇਹਨਾਂ ਨੂੰ ਕਿਉਂ ਨਹੀਂ ਛਕ ਰਹੇ? ਗੁਰਦੇਵ ਹੱਸ ਕੇ ਕਹਿੰਦੇ, ਭਾਈ ਬੱਲੂ, ਜਿੰਨਾ ਕੁਝ ਲੰਗਰ ਵਿੱਚ ਬਣਦਾ ਹੈ ਇਹ ਸਾਰਾ ਕੁਝ ਅਸੀਂ ਪਹਿਲਾਂ ਛਕ ਲੈਨੇ। ਮਹਾਰਾਜ ਉਹ ਕਿਸ ਤਰ੍ਹਾਂ ਛਕਦਿਆਂ ਤਾਂ ਦੇਖਿਆ ਨਹੀਂ। ਗੁਰਦੇਵ ਕਹਿੰਦੇ ਦਿਖਾ ਦੇਨੇ। ਸਤਿਗੁਰਾਂ ਨੇ ਆਪਣੇ ਹੱਥ ਦੇ ਵਿੱਚ, ਮਹਾਰਾਜ ਨੇ ਹੱਥ ਸੁੱਚੇ ਕੀਤੇ, ਕਰੂਲਾ ਕੀਤਾ ਤੇ ਜਿੰਨੇ ਪਕਵਾਨ ਲੰਗਰ ਵਿੱਚ ਤਿਆਰ ਹੋਏ ਸਨ ਉਹਨਾਂ ਦੇ ਕਣ ਜਿਹੜਾ ਕਰੂਲਾ ਕੀਤਾ ਸੀ ਜਲ ਉਹਦੇ ਵਿੱਚ ਦਿਖਾ ਦਿੱਤੇ। ਭਾਈ ਬੱਲੂ ਦਾ ਸਿਰ ਝੁਕ ਗਿਆ, ਕਹਿਣ ਲੱਗਾ, ਮਹਾਰਾਜ ਕਿਸ ਤਰ੍ਹਾਂ? ਸਤਿਗੁਰੂ ਕਹਿੰਦੇ, ਜੋ ਕੁਝ ਇੱਥੇ ਸਿੱਖ ਛਕ ਰਹੇ ਇਹ ਸਾਰਾ ਕੁਝ ਸਾਨੂੰ, ਸਿੱਖ ਦਾ ਮੂੰਹ ਉਹ ਸਾਡਾ ਆਪਣਾ ਮੂੰਹ ਹੈ, ਮੁੱਖ ਹੈ। ਜਿਹੜੀਆਂ ਸੰਗਤਾਂ ਭੋਜਨ ਛਕਦੀਆਂ ਨੇ ਸਾਰਾ ਕੁਝ ਸਾਨੂੰ ਮਿਲਦਾ ਹੈ, ਅਸੀਂ ਛਕਦੇ ਹਾਂ। ਗੁਰੂ ਕਲਗੀਧਰ ਸਾਹਿਬ ਜੀ ਨੇ ਤਾਂ ਬਚਨ ਕੀਤੇ ਨੇ, ਪੰਚਨ ਮੈਂ ਮੇਰੋ ਬਾਸਾ। ਜੇ ਸਾਨੂੰ ਕੁਝ ਛਕਾਉਣਾ ਹੈ, ਭੋਗ ਲਵਾਉਣਾ ਹੈ, ਪੰਜਾਂ ਨੂੰ ਛਕਾ ਦਿਓ, ਸਾਨੂੰ ਆਪੇ ਹੀ ਪਹੁੰਚ ਜਾਵੇਗਾ। ਬਸਤਰ ਪੰਜਾਂ ਨੂੰ ਦਿਓ, ਸਾਡੀ ਖੁਸ਼ੀ ਹੋਵੇਗੀ। ਦਾਨ ਦਿਓ ਇਨਹੀ ਕੋ ਭਲੋ ਔਰ ਆਨ ਕੋ ਦਾਨ ਨ ਲਾਗਤ ਨੀਕੋ। ਮਹਾਰਾਜ ਕਹਿੰਦੇ, ਜੋ ਕੁਝ ਦੇਣਾ ਖਾਲਸੇ ਨੂੰ ਦਓ ਦਾਨ ਵਜੋਂ ਵੀ, ਮੈਨੂੰ ਚੰਗਾ ਲੱਗਦਾ ਹੈ। ਇੱਥੋਂ ਤੱਕ ਪਾਤਸ਼ਾਹ ਨੇ ਬਚਨ ਕਹੇ, ਸਿਰ ਤੋਂ ਲੈ ਕੇ ਪੈਰਾਂ ਤੱਕ ਮੇਰਾ ਜੋ ਕੁਝ ਹੈ ਮੇਰੇ ਖਾਲਸੇ ਦਾ। ਤੇ ਗੁਰਦੇਵ ਨੇ ਇਕੱਲਾ ਕਿਹਾ ਹੀ ਨਹੀਂ, ਸਗੋਂ ਸਤਿਗੁਰਾਂ ਨੇ ਸਰਬੰਸ ਤੱਕ ਕੁਰਬਾਨ ਕੀਤਾ ਹੈ। ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਰਹੋ ਵਿਚਾਰ। ਇੱਥੇ ਗੁਰਦੇਵ ਕਹਿੰਦੇ ਹਨ ਕਿ ਜਿਹੜੇ ਗਿਆਨੀ ਨੇ, ਗਿਆਨਵਾਨ ਜਾਣਦੇ ਨੇ ਕਿ ਜੋ ਕੁਝ ਵੀ ਸੰਸਾਰ ਦੇ ਵਿੱਚ ਲੋਕ ਖਾ ਰਹੇ, ਇਹ ਮੁੱਖ ਦੇ ਵਿੱਚ ਬੈਠਾ ਕੌਣ ਹੈ? ਆਪੇ ਰਸੀਆ, ਆਪ ਰਸ, ਆਪੇ ਰਾਵਣਹਾਰ। ਇਹ ਸਾਰੇ ਪਦਾਰਥਾਂ ਦਾ ਸਵਾਦ ਕੌਣ ਲੈ ਰਿਹਾ? ਆਪਾਂ ਕਹਿੰਦੇ ਹਾਂ ਫਲਾਣੇ ਪਦਾਰਥ ਦਾ ਬੜਾ ਸਵਾਦ ਆਇਆ, ਜੇ ਉਹ ਅੰਦਰ ਬੈਠਾ ਸੀ ਸਵਾਦ ਵੀ ਤਾਂ ਆਇਆ। ਜੇ ਉਹ ਆਪ ਅੰਦਰ ਨਾ ਬੈਠਾ ਹੁੰਦਾ ਤੇ ਫਿਰ ਸਵਾਦ ਨੂੰ ਕਿਸ ਤਰ੍ਹਾਂ ਮਾਣ ਸਕਦੇ ਸੀ? ਫਿਰ ਕਿਹੜੀ ਤਾਕਤ ਹੈ ਕਿ ਆ ਮਿੱਟੀ ਦੀ ਬਣੀ ਹੋਈ ਜੀ, ਮਿੱਟੀ ਦਾ ਬਣਿਆ ਸਰੀਰ ਕਿਸੇ ਸਵਾਦ ਨੂੰ ਲੈ ਸਕੇ? ਪਰ ਉਹਦੀ ਜੋਤ ਅੰਦਰ ਬੈਠੀ ਹੈ ਨਾ, ਫਿਰ ਆਪ ਹੀ ਸਾਰੇ ਰਸਾਂ ਨੂੰ ਤੁਸੀਂ ਭੋਗ ਰਹੇ ਹੋ। ਇਸ ਲਈ ਗੁਰਦੇਵ ਕਹਿੰਦੇ ਨੇ, ਗਿਆਨਵਾਨ ਜਾਣਦੇ ਨੇ ਕਿ ਜਿੰਨੇ ਵੀ ਪਦਾਰਥ ਹਨ ਸਾਰਿਆਂ ਵਿੱਚ ਬੈਠਾ ਪ੍ਰਮਾਤਮਾ ਆਪ ਭੋਗ ਰਿਹਾ ਹੈ। ਬਿਰਥਾ ਕਾਹੂ ਛੋੜੈ ਨਾਹੀ। ਫਿਰ ਉਹ ਕਿਸੇ ਨੂੰ ਵੀ ਖਾਲੀ ਨਹੀਂ ਜਾਣ ਦਿੰਦਾ। ਸਾਰਿਆਂ ਨੂੰ ਪ੍ਰਮਾਤਮਾ ਵਾਹਿਗੁਰੂ ਦਾਤਾਂ ਦੇਣ ਵਾਲਾ ਹੈ ਤੇ ਦਿੰਦਾ ਆਇਆ ਹੈ। 84 ਲੱਖ ਜੋਨ ਉਪਾਈ, ਰਿਜਕ ਦਿਆ ਸਭ ਹੂੰ ਕਉ ਤਦ ਕਾ। ਤਦੋਂ ਦਾ, ਜਦੋਂ ਦੀ ਸ੍ਰਿਸ਼ਟੀ ਪੈਦਾ ਕੀਤੀ, 84 ਲੱਖ ਜੂਨਾਂ ਪੈਦਾ ਕੀਤੀਆਂ ਨੇ, ਸਾਰਿਆਂ ਨੂੰ ਪ੍ਰਮਾਤਮਾ ਵਾਹਿਗੁਰੂ ਰਿਜਕ ਦੇ ਰਿਹਾ ਹੈ। ਕਾਹੇ ਰੇ ਮਨ ਚਿਤਵਹਿ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮੈਂ ਜੰਤੂ ਪਾਏ, ਤਾਂ ਕਾ ਰਿਜਕ ਆਗੇ ਕਰ ਧਰਿਆ। ਉਹ ਤਾਂ ਪੱਥਰਾਂ ਵਿੱਚ ਵੀ ਜੀਵਾਂ ਨੂੰ ਪੈਦਾ ਕਰਕੇ ਅੰਨ ਦੇਣ ਵਾਲਾ ਹੈ। ਇਸ ਲਈ ਬਿਰਥਾ ਕਾਹੂ ਛੋੜੈ ਨਾਹੀ। ਉਹ ਕਿਸੇ ਨੂੰ ਵੀ ਪ੍ਰਮਾਤਮਾ ਆਪਣੀਆਂ ਦਾਤਾਂ ਤੋਂ ਖਾਲੀ ਨਹੀਂ ਛੱਡਦਾ। ਇਸ ਲਈ ਉਹਦਾ ਸ਼ੁਕਰਾਨਾ ਹੀ ਕਰਨਾ ਬਣਦਾ ਹੈ ਨਾ, ਕਿ ਅਨ ਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸੰਭਾਲ ਜੀ। ਜੇ ਨਹੀਂ ਵੀ ਮੰਗਿਆ ਕੁਝ ਤਾਂ ਵੀ ਉਹਨੇ ਦਿੱਤਾ ਹੈ। ਜਨਮ ਤੋਂ ਪਹਿਲਾਂ ਕਿਹੜਾ ਪਤਾ ਸੀ ਸਾਨੂੰ ਕਿ ਸਾਨੂੰ ਰਿਜਕ ਦੀ ਲੋੜ ਹੈ? ਪਰ ਪਹਿਲੋਂ ਦੇਤਾ ਰਿਜਕ ਸਮਾਹਾ, ਪਿੱਛੋਂ ਦੇਤਾ ਜੰਤੂ ਪਾਹਾ। ਰਿਜਕ ਪਹਿਲਾਂ ਆਇਆ, ਜਨਮ ਬਾਅਦ ਵਿੱਚ ਹੋਇਆ। ਇਸ ਲਈ ਉਹ ਕਿਸੇ ਨੂੰ ਦਾਤਾਂ ਤੋਂ ਖਾਲੀ ਨਹੀਂ ਰੱਖਦਾ। ਬਹੁਰ ਬਹੁਰ ਤਿਸ ਲਾਗਹਿ ਪਾਈ। ਉਸ ਠਾਕੁਰ ਦੇ ਉਸ ਸਾਲਗ੍ਰਾਮ ਦੇ ਅਸੀਂ ਬਾਰ-ਬਾਰ ਚਰਨੀ ਲੱਗਦੇ ਹਾਂ। ਜਿਹੜਾ ਸਾਡਾ ਠਾਕੁਰ ਹੈ ਨਾ, ਉਹ ਬਹੁਤ ਵੱਡਾ ਹੈ, ਸਾਰੀ ਸ੍ਰਿਸ਼ਟੀ ਨੂੰ ਦਾਨ ਦੇਣ ਵਾਲਾ ਹੈ। ਉਹਦੇ ਚਰਨੀ ਅਸੀਂ ਲੱਗਦੇ ਹਾਂ। ਸਾਲਗ੍ਰਾਮ ਹਮਾਰੇ ਸੇਵਾ। ਉਹ ਹਰੀ ਪਰਮਾਤਮਾ ਅਕਾਲ ਪੁਰਖ ਸਾਡਾ ਸਾਲਗ੍ਰਾਮ ਹੈ ਤੇ ਅਸੀਂ ਉਹਦੀ ਸੇਵਾ ਵਿੱਚ ਲੱਗੇ ਹਾਂ। ਪੂਜਾ ਅਰਚਾ ਬੰਦਨ ਦੇਵਾ। ਇੱਕ ਦੀ ਹੀ ਪੂਜਾ ਕਰਦੇ ਹਾਂ, ਇੱਕ ਨੂੰ ਹੀ ਚੰਦਨ ਚੜਾਉਂਦੇ ਹਾਂ, ਇੱਕ ਨੂੰ ਹੀ ਅਸੀਂ ਬੰਦਨਾ ਨਮਸਕਾਰ ਕਰਦੇ ਹਾਂ। ਕਿਸ ਨੂੰ? ਜੋ ਦੇਵਾ ਪ੍ਰਕਾਸ਼ ਸਰੂਪ ਹੈ। ਤੁਸੀਂ ਤਾਂ ਕੇਵਲ ਇਸ ਪਾਹਾਂ ਨੂੰ ਪੂਜ ਰਹੇ ਹੋ, ਸਾਲਗ੍ਰਾਮ ਨੂੰ ਹਰੀ ਜਾਣ ਕੇ। ਪਰ ਗੁਰਦੇਵ ਕਹਿੰਦੇ ਹਨ, ਜੋ ਦੇਵਾ ਪ੍ਰਕਾਸ਼ ਸਰੂਪ ਪਰਮਾਤਮਾ ਹੈ ਨਾ, ਜਿਹਦੇ ਕਰਕੇ ਆ ਸਾਰਾ ਕੁਝ ਪ੍ਰਕਾਸ਼ਮਾਨ ਹੋ ਰਿਹਾ ਹੈ, ਜਿਹੜਾ ਸਹਿ ਭੰਗ ਸੁੱਤੇ ਸਿੱਧ ਪ੍ਰਕਾਸ਼ ਹੈ, ਨਾ ਤਤ ਹੈ, ਨਾ ਮਤ ਹੈ, ਨਾ ਜਤ ਹੈ, ਨਾ ਪਤ ਹੈ। ਉਹ ਪਰਮਾਤਮਾ ਹਰੀ ਜਿਹੜਾ ਸਾਰੇ ਸੰਸਾਰ ਨੂੰ ਚਾਨਣ ਦੇਣ ਵਾਲਾ। ਨਮੋ ਸੂਰਜ ਸੂਰਜੇ ਨਮਸਕਾਰ ਹੈ, ਸੂਰਜ ਵਿੱਚ ਸੂਰਜ ਰੂਪ ਹੋ ਕੇ ਬੈਠਾ ਹੈ, ਉਸ ਨੂੰ ਸਾਡੀ ਬੰਦਨਾ ਨਮਸਕਾਰ ਹੈ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਅਸੀਂ ਉਸ ਹਰੀ ਪਰਮਾਤਮਾ ਦੇ ਉਪਾਸ਼ਕ ਹਾਂ। ਰਹਾਉ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਨੇ। ਘੰਟਾ ਜਾ ਕਾ ਸੁਨੀਏ ਚਹੁ ਕੁੰਟ। ਚੌਹਾਂ ਕੁੰਟਾਂ ਦੇ ਵਿੱਚ ਜਿਸ ਦੀ ਘੰਟੀ ਵੱਜਦੀ ਹੋਈ ਸੁਣ ਰਹੇ ਹਾਂ, ਆ ਚੌਹਾਂ ਕੁੰਟਾਂ ਚੋਂ ਜਿਹੜੀ ਆਵਾਜ਼ ਆ ਰਹੀ ਹੈ, ਇਹ ਪਰਮਾਤਮਾ ਵਾਹਿਗੁਰੂ ਜੀ ਦੀ ਹੋਂਦ ਕਰਕੇ ਸਾਨੂੰ ਸੁਣਾਈ ਦੇ ਰਹੀ।
ਉਹ ਚੌਹਾਂ ਕੁੰਟਾਂ ਦੇ ਵਿੱਚ ਆਪਣਾ ਨਿਵਾਸ ਰੱਖੀ ਬੈਠਾ ਹੈ। ਆਸਨ ਜਾ ਕਾ ਸਦਾ ਬੈਕੁੰਠ। ਉਸ ਦਾ ਆਪਣਾ ਆਸਣ ਕਿੱਥੇ ਹੈ? ਸਦਾ ਵਾਸਤੇ ਸਦੀਵ ਕਾਲ ਬੈਕੁੰਠ ਨਾਮ ਸੱਚਖੰਡ ਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੱਚਖੰਡ ਗਏ ਆਪ, ਤੇ ਮਹਾਰਾਜ ਜੀ ਨੇ ਫਿਰ ਉੱਥੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਸਨਮੁਖ ਸੋਧਰ ਉਚਾਰਿਆ। ਫਿਰ ਸਤਿਗੁਰਾਂ ਨੂੰ ਸਿੱਧਾ ਨੇ ਸਵਾਲ ਕੀਤਾ, ਕੈਸਾ ਹੈ? ਉਹਨਾਂ ਪ੍ਰਤੀ ਇੱਕ ਉਚਾਰਿਆ ਜਿਹੜਾ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਤੇ ਇੱਕ ਸੋਧਰ ਮਹਾਰਾਜ ਜੀ ਨੇ ਆਸਾ ਰਾਗ 'ਚ ਉਚਾਰਿਆ। ਜਦੋਂ ਭੈਣ ਨਾਨਕੀ ਜੀ ਨੇ ਪੁੱਛਿਆ ਸੀ ਤੁਸੀਂ ਸੱਚਖੰਡ ਹੋ ਕੇ ਆਏ ਹੋ, ਤੇ ਸੱਚਖੰਡ ਦਾ ਨਕਸ਼ਾ ਕੈਸਾ ਹੈ? ਸੋਧਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸਮਾਲੇ, ਵਾਜੇ ਤੇਰੇ ਨਾਦ ਅਨੇਕ ਸੰਖਾਂ, ਕੇਤੇ ਤੇਰੇ ਵਾਵਣ ਹਾਰੇ। ਇਉਂ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਜੀ ਦਾ ਆਪਣਾ ਨਿਵਾਸ ਸਦਾ ਸੱਚਖੰਡ ਵਿੱਚ ਰਹਿੰਦਾ ਹੈ। ਇਹ ਸੰਸਾਰ ਨਾਸ਼ਵੰਤ ਹੈ, ਪੁਰੀਆਂ ਨਾਸ਼ ਹੋ ਜਾਂਦੀਆਂ ਨੇ, ਪਰ ਉਸ ਦਾ ਸੱਚਖੰਡ ਸਦਾ ਹੀ ਉਸੇ ਤਰ੍ਹਾਂ ਕਾਇਮ ਰਹਿੰਦਾ ਹੈ। ਜਾ ਕਾ ਚਵਰ ਸਭ ਉਪਰ ਝੂਲੈ। ਜਿਸ ਦਾ ਚੌਰ ਸਾਰੀ ਸ੍ਰਿਸ਼ਟੀ ਉੱਤੇ ਝੁੱਲ ਰਿਹਾ ਹੈ। ਤੇ ਕਿਹੜਾ ਚੌਰ ਹੈ? ਪਵਨ ਚਵਰੋ ਕਰੇ। ਇਹ ਜਿੰਨੀ ਵੀ ਪਵਨ ਚੱਲ ਰਹੀ ਹੈ ਨਾ, ਇਹ ਪਰਮਾਤਮਾ ਵਾਹਿਗੁਰੂ ਦਾ ਚੌਰ ਹੋ ਰਿਹਾ ਹੈ। ਤਾਕਾ ਧੂਪ ਸਦਾ ਪ੍ਰਫੁੱਲੈ। ਉਸ ਦੀ ਧੂਪ ਸਦਾ ਹੀ ਪ੍ਰਫੁੱਲਤ ਹੋ ਰਹੀ ਹੈ। ਤੇ ਧੂਪ ਕਿਹੜੀ ਹੈ? ਸਗਲ ਬਨਾ ਰਾਏ ਫੁੱਲੰਤ ਜੋਤੀ। ਧੂਪ ਮਲ ਆਨ ਲੋ ਪਵਨ ਚਵਰੋ ਕਰੇ। ਆ ਜਿਹੜੀ ਜਿਤਨੀ ਵੀ ਸੁਗੰਧੀ ਹੈ, ਇਹ ਪਰਮਾਤਮਾ ਵਾਹਿਗੁਰੂ ਜੀ ਦੀ ਧੂਪ ਹੈ। ਜਿਹੜੀ ਪਵਨ ਚੱਲ ਰਹੀ, ਇਹ ਚੌਰ ਹੋ ਰਿਹਾ ਹੈ। ਘਟ ਘਟ ਸੰਪਟ ਹੈ ਰੇ ਜਾਂਕਾ। ਸੰਪਟ ਹੁੰਦਾ ਸੰਦੂਕ, ਹਰੇਕ ਦਾ ਹਿਰਦਾ ਪਰਮਾਤਮਾ ਵਾਹਿਗੁਰੂ ਜੀ ਦੀ ਸੰਦੂਕ ਹੈ। ਮਹਾਰਾਜ ਕਹਿੰਦੇ ਦੱਸੀਏ ਤੁਹਾਨੂੰ ਉਹਦਾ ਨਿਵਾਸ ਵਾਸਾ ਕਿੱਥੇ ਹੈ? ਕੇਵਲ ਪੱਥਰ 'ਚ ਮੰਨਣ ਵਾਲਿਓ, ਤੁਹਾਡੇ ਅੰਦਰ ਪੱਥਰ ਹੋ ਚੁੱਕੇ ਨੇ, ਤਾਂ ਹੀ ਉਹ ਮਨੁੱਖ ਦੀ ਕਦਰ ਕੀਮਤ ਨਹੀਂ ਜਾਣਦੇ। ਤਾਂ ਹੀ ਉਹ ਵਰਨਾ ਕਰਕੇ, ਜਾਤੀਆਂ ਕਰਕੇ, ਧਰਮ ਦੇ ਚਿੰਨ੍ਹਾਂ ਕਰਕੇ, ਧਰਮ ਥਾਵਾਂ ਕਰਕੇ ਲੜਾਈ ਕਰ ਰਹੇ ਹੋ। ਜੇ ਇੰਨਾ ਗਿਆਨ ਹੋਵੇ, ਘਟ ਘਟ ਸੰਪਟ ਹੈ ਰੇ ਜਾਂਕਾ, ਜਿਸ ਪਰਮਾਤਮਾ ਵਾਹਿਗੁਰੂ ਦਾ ਨਿਵਾਸ ਕਿੱਥੇ ਹੈ? ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਤੇ ਸੰਤ ਕਿਸੇ ਵਿਸ਼ੇਸ਼ ਜਾਤੀ ਦਾ ਨਾਮ ਹੈ? ਨਹੀਂ, ਹਰੇਕ ਵਰਨ ਵਿੱਚੋਂ ਸੰਤ ਜਿਹੜੇ ਨੇ ਉਹ ਹੁੰਦੇ ਨੇ। ਨਾਮ ਜਪਣ ਵਾਲੇ ਸਾਈਂ ਮੀਆਂ ਮੀਰ ਜੀ ਸਲਾਮ ਘਰਾਣੇ 'ਚੋਂ ਸੰਬੰਧ ਰੱਖਦੇ ਨੇ। ਭਗਤ ਪਰਮਾਨੰਦ ਜੀ, ਰਾਮਾਨੰਦ ਜੀ ਬ੍ਰਾਹਮਣ ਘਰਾਣੇ ਨਾਲ ਸੰਬੰਧ ਰੱਖਦੇ ਨੇ। ਕੀ ਕਿਹਾ ਇਹਨਾਂ ਨੇ? ਹੌਕਾ ਦੇ ਕੇ, ਆਵਾਜ਼ ਦੇ ਕੇ ਕਿਹਾ ਸੀ, ਘਟ ਘਟ ਮੈਂ ਹਰ ਜੂ ਬਸ ਹੈ। ਹਰੇਕ ਦੇ ਹਿਰਦੇ ਘਰ ਵਿੱਚ ਹਰੀ ਦਾ ਨਿਵਾਸ ਹੈ, ਉੱਥੇ ਇਹਨੂੰ ਦੇਖੋ। ਮਹਾਰਾਜ ਕਹਿੰਦੇ ਨੇ ਘਟ ਘਟ ਸੰਪਟ ਹੈ ਰੇ ਜਾਂਕਾ। ਸੰਪਟ ਨਾਮ ਸੰਦੂਕ ਦਾ ਹੈ। ਕੋਈ ਬਹੁਤ ਕੀਮਤੀ ਵਸਤੂ ਜਿਹੜੀ ਬੰਦਾ ਸੰਦੂਕ ਵਿੱਚ ਰੱਖਦਾ ਹੈ, ਤੇ ਪਰਮਾਤਮਾ ਦਾ ਜਿਹੜਾ ਨਿਵਾਸ ਹੈ ਉਹ ਹਰੇਕ ਦਾ ਹਿਰਦਾ, ਉਹੀ ਉਹਦੀ ਸੰਦੂਕਣੀ ਹੈ। ਅਭਗ ਸਭਾ ਸੰਗ ਹੈ ਸਾਦਾ। ਵਾਹਿਗੁਰੂ ਜੀ ਦੀ ਜਿਹੜੀ ਸਭਾ ਹੈ, ਜਿਹੜੀ ਉਹਦੀ ਕਚਹਿਰੀ ਹੈ ਨਾ, ਅਭਗ ਨਾਮ ਹੈ ਨਾਸ਼ ਤੋਂ ਰਹਿਤ, ਸੰਗ ਹੈ ਸਾਦਾ। ਕਿੱਥੇ ਆ ਵਾਹਿਗੁਰੂ ਜੀ ਦੀ ਕਚਹਿਰੀ, ਉਹਦੀ ਸਭਾ? ਸਾਧ ਸੰਗਤ, ਜਿੱਥੇ ਸਾਧ ਜਨ ਨਿਵਾਸ ਕਰਦੇ ਹਨ। ਆ ਸਾਧ ਸੰਗਤ ਵਿੱਚ ਪਰਮਾਤਮਾ ਵਾਹਿਗੁਰੂ ਦਾ ਆਪਣਾ ਨਿਵਾਸ ਹੈ। ਇਹ ਕਚਹਿਰੀ ਉਹਦੀ ਸਦੀਵ ਕਾਲ ਰਹਿਣ ਵਾਲੀ। ਸੰਗਤ ਜੀ, ਵੱਡੇ ਵੱਡੇ ਬਾਦਸ਼ਾਹਾਂ ਨੂੰ ਆਪਣੀਆਂ ਕਚਹਿਰੀਆਂ ਤੇ ਸਭਾ ਤੇ ਬੜਾ ਮਾਣ ਹੁੰਦਾ ਹੈ ਕਿ ਸਾਡੀ ਕਚਹਿਰੀ ਬਹੁਤ ਭਰੀ ਹੈ, ਅੱਜ ਬਹੁਤ ਲੋਕਾਂ ਦਾ ਇਕੱਠ ਹੋਇਆ। ਪਰ ਉਹ ਇਕੱਠ ਵਕਤੀ ਤੌਰ ਤੇ ਹੁੰਦਾ। ਕੁਝ ਉਹਨਾਂ ਰਾਜਿਆਂ ਦੇ, ਮੰਤਰੀਆਂ ਦੇ ਜਿਹੜੇ ਨੇ ਚਾਪਲੂਸ ਲੋਕ ਹੁੰਦੇ ਨੇ, ਤੇ ਇਕੱਠ ਬਹੁਤਾ ਕਰਾ ਕੇ ਦੱਸਦੇ ਨੇ ਕਿ ਅਸੀਂ ਤੁਹਾਡੇ ਨਾਲ ਹਾਂ ਤੇ ਸਾਨੂੰ ਫਲਾਣੀ ਵਸਤੂ ਸਮੇਂ ਸਿਰ ਮਿਲਣੀ ਚਾਹੀਦੀ। ਪਰ ਉਹ ਵਕਤੀ ਰਾਜੇ ਸਨ, ਉਹਨਾਂ ਦੀਆਂ ਕਚਹਿਰੀਆਂ ਵਕਤੀ ਸਨ। ਵੱਡੇ ਵੱਡੇ ਬਾਦਸ਼ਾਹ ਹੋਏ, ਅੱਜ ਉਹਨਾਂ ਦੀਆਂ ਕਚਹਿਰੀਆਂ ਨਹੀਂ ਦਿਸਦੀਆਂ। ਅੱਜ ਉਹਨਾਂ ਦੀ ਸਭਾ ਕਿੱਥੇ ਹੈ? ਕੌਣ ਜਾਣਦਾ ਹੈ? ਕਿਹੜੀ ਬਾਦਸ਼ਾਹ ਔਰੰਗਜ਼ੇਬ ਦੀ, ਜਹਾਂਗੀਰ ਦੀ ਸਭਾ ਲੱਗ ਰਹੀ, ਪਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਸਭਾ ਤੇ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ। ਇਸ ਲਈ ਗੁਰਦੇਵ ਕਹਿੰਦੇ ਨੇ ਅਭਗ ਸਭਾ ਸੰਗ ਹੈ ਸਾਦਾ। ਜਿੱਥੇ ਸਾਧੂਆਂ ਦਾ, ਸੰਗਤ ਦਾ ਨਿਵਾਸ ਹੈ, ਇਹ ਪਰਮਾਤਮਾ ਵਾਹਿਗੁਰੂ ਜੀ ਦੀ ਨਾਮ ਨਾਸ਼ ਤੋਂ ਰਹਿਤ ਸਭਾ ਹੈ, ਉਸ ਦੀ ਕਚਹਿਰੀ ਹੈ। ਵੱਡਾ ਤੇਰਾ ਦਰਬਾਰ ਸੱਚਾ, ਤੁਧ ਤਖਤ ਸ਼ਿਰਸ਼ਾਹਾਂ ਪਾਤਸ਼ਾਹੋ ਨਿਹਚਲ ਚੌਰ ਛਤ। ਇਹ ਵਾਹਿਗੁਰੂ ਜੀ ਦੀ ਸਭਾ ਸਦਾ ਹੀ ਕਾਇਮ ਰਹਿਣ ਵਾਲੀ ਹੈ। ਆਰਤੀ ਕੀਰਤਨ ਸਦਾ ਆਨੰਦ। ਜਿਹੜੇ ਉਸ ਦੀ ਕੀਰਤੀ ਗਾਉਂਦੇ ਨੇ, ਆਰਤੀ ਕਰਦੇ ਨੇ, ਉਹ ਸਦਾ ਆਨੰਦ ਮਾਣਦੇ ਹਨ। ਮਹਿਮਾ ਸੁੰਦਰ ਸਦਾ ਬੇਅੰਤ। ਉਸ ਦੀ ਮਹਿਮਾ ਬਹੁਤ ਸੁੰਦਰ ਹੈ ਤੇ ਬੇਅੰਤ ਹੈ। ਜਿੰਨੀ ਮਰਜ਼ੀ ਉਹਦੀ ਸ਼ੋਭਾ ਗਾਈ ਜਾਈਏ। ਜਦੋਂ ਦੀ ਇਹ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ, ਉਦੋਂ ਦੀ ਉਹਦੀ ਆਰਤੀ ਕੀਰਤੀ ਹੋ ਰਹੀ ਹੈ। ਉਹ ਸਦਾ ਬੇਅੰਤ ਹੈ, ਅੰਤ ਤੋਂ ਰਹਿਤ। ਪਰਮਾਤਮਾ ਦੀ ਸਿਫਤ ਵੀ ਅੰਤ ਤੋਂ ਰਹਿਤ ਹੈ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਗੁਰੂ ਅਮਰਦਾਸ ਮਹਾਰਾਜ ਜੀ ਪ੍ਰਥਾਏ ਜਿਹੜੇ ਬਚਨ ਭੱਟ ਜੀਆਂ ਨੇ ਕਹੇ ਨੇ,
ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਾਨੇ ਆਵੇ। ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਤੁਹਾਡੀ ਉਪਮਾ ਵੀ ਬੇਅੰਤ ਹੈ। ਜਿਸ ਹੈ ਪ੍ਰਾਪਤ ਤਿਸ ਹੀ ਲਹਿਣਾ। ਜਿਹਨੂੰ ਪ੍ਰਾਪਤ ਹੁੰਦੀ ਹੈ ਨਾ ਤੁਹਾਡੀ ਮਹਿਮਾ, ਉਹ ਜਿਹਦੇ ਮੱਥੇ ਤੇ ਤੁਸੀਂ ਲੇਖ ਸੋਹਣੇ ਲਿਖੇ ਨੇ ਉਹਨਾਂ ਨੂੰ ਧੁਰ ਦਰਗਾਹ ਤੋਂ ਮਿਲੀ ਹੈ। ਤੁਹਾਡੀ ਮਹਿਮਾ ਗਾਇਨ ਕਰਨ ਦੀ ਦਾਤ ਉਹਨਾਂ ਨੂੰ ਹੀ ਇਹ ਦਾਤ ਪ੍ਰਾਪਤ ਹੁੰਦੀ ਹੈ। ਸੰਤ ਚਰਨ ਉਹ ਆਇਓ ਸਰਣਾ। ਉਹ ਸੰਤਾਂ ਦੀ ਸ਼ਰਨ ਦੇ ਵਿੱਚ ਆ ਕਰਕੇ ਉਹਨਾਂ ਦੇ ਚਰਨਾਂ ਦਾ ਕੇ ਆਸਰਾ ਲੈਂਦੇ ਨੇ। ਕੌਣ? ਜਿਨ੍ਹਾਂ ਦੇ ਧੁਰ ਦਰਗਾਹ ਤੋਂ ਲਿਖੇ ਹੋਏ ਲੇਖ ਹੁੰਦੇ ਹਨ। ਹਾਥ ਚੜਿਓ ਹਰ ਸਾਲ ਗਿਰਾਮ। ਫਿਰ ਕੀ ਪ੍ਰਾਪਤੀ ਹੁੰਦੀ ਹੈ? ਸੰਤਾਂ ਦੀ ਸ਼ਰਨ ਵਿੱਚ ਆ ਕੇ ਹਾਥ ਚੜਿਓ ਹਰ ਸਾਲ ਗਿਰਾਮ। ਜਿਹੜਾ ਪਰਮਾਤਮਾ ਵਾਹਿਗੁਰੂ ਦਾ ਸਰੂਪ ਤੁਹਾਨੂੰ ਦੱਸਿਆ ਹੈ ਨਾ ਕਿ ਉਹਦਾ ਸਰੂਪ ਬੇਅੰਤ ਹੈ, ਉਹ ਹਰੀ ਸਾਡਾ ਸਾਲਗ੍ਰਾਮ ਹੈ। ਨਾਮ ਜਪਣ ਵਾਲਿਆਂ ਦੇ ਬੁੱਧੀ ਰੂਪੀ ਹੱਥ ਵਿੱਚ ਉਹ ਸਾਲਗ੍ਰਾਮ ਹਰੀ ਦਾ ਨਾਮ ਚੜਿਆ ਹੈ। ਕਹੋ ਨਾਨਕ ਗੁਰ ਕੀਨੋ ਦਾਨ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ। ਪ੍ਰਮਾਤਮਾ ਵਾਹਿਗੁਰੂ ਜੀ ਨੇ ਟੁੱਟ ਕੇ ਦਾਤ ਦਿੱਤੀ ਹੈ। ਜਿਹੜੀ ਸੰਤ ਜਨਾਂ ਦੀ ਸੰਗਤ ਮਿਲ ਜਾਣੀ, ਉਹਨਾਂ ਦੀ ਸੰਗਤ ਵਿੱਚ ਆ ਕਰਕੇ ਤੇ ਬੁੱਧੀ ਰੂਪੀ ਹੱਥ ਉੱਤੇ ਪ੍ਰਮਾਤਮਾ ਦਾ ਨਾਮ ਰੂਪੀ ਜਿਹੜਾ ਸਾਲਗ੍ਰਾਮ ਸੀ, ਠਾਕੁਰ ਸੀ, ਉਹ ਚੜ ਜਾਂਦਾ ਹੈ। ਹਾਕਲ ਛੰਦ ਇਹ ਠਾਕੁਰ ਹਮਰੋ ਪਾਰਾ। ਇਹ ਠਾਕੁਰ, ਇਹ ਮਾਲਕ ਸਾਡਾ ਬਹੁਤ ਭਾਰਾ ਹੈ, ਬਹੁਤ ਵੱਡਾ ਹੈ। ਜੋ ਸਭ ਕੋ ਸਦਾ ਸੰਭਾਰਾ। ਜੋ ਠਾਕੁਰ ਸਾਰੀ ਸ੍ਰਿਸ਼ਟੀ ਨੂੰ ਸੰਭਾਲ ਰਿਹਾ ਹੈ, ਉਸੇ ਦੇ ਆਸਰੇ ਤਾਂ ਸਾਰੇ ਸੰਭਲੀ ਬੈਠੇ ਨੇ ਨਾ। ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦੈ ਸਿਰ ਘਾਇਆ। ਤੈਥੋਂ ਹੀ ਬਲ ਕ੍ਰਿੰਸਲ ਲੈ ਕੰਸ ਕੇਸੀ ਪਕੜ ਗਰਾਇਆ। ਵੱਡੇ ਵੱਡੇ ਮੁਨ ਦੇਵਤੇ ਕਈ ਜੁਗਤ ਨੀ ਤਨ ਧਾਇਆ। ਕਿ ਨਹੀਂ ਤੇਰਾ ਅੰਤ ਨਾ ਪਾਇਆ। ਉਹ ਠਾਕੁਰ ਮੇਰਾ ਭਾਰਾ ਵੱਡਾ ਹੈ, ਸਾਰਿਆਂ ਦੀ ਸੰਭਾਲ ਕਰਨ ਵਾਲਾ ਹੈ। ਪ੍ਰਭ ਉੱਚਾ ਹੈ, ਉੱਚਾ ਹੈ ਉੱਚਾ। ਉਹ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਉੱਚਿਆਂ ਤੋਂ ਵੀ ਉੱਚਾ ਹੈ। ਜਿਹ ਸਮਸਰ ਕੋ ਨਾ ਪਹੁੰਚਾ। ਉਹਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ। ਉਹਦੇ ਤੋਂ ਦਾਤਾਂ ਲੈ ਕੇ ਕਈ ਚਾਹੁੰਦੇ ਨੇ ਕਿ ਅਸੀਂ ਉਹਦੀ ਬਰਾਬਰੀ ਕਰ ਸਕੀਏ। ਕੋਈ ਦਾਨੀ ਬਣ ਕੇ ਦੱਸਦੇ ਨੇ, ਕੋਈ ਆਪਣੇ ਆਪ ਨੂੰ ਆਪਣੀ ਵਡਿਆਈ ਕਰਕੇ ਦੱਸਦੇ ਨੇ ਕਿ ਸਾਡੀ ਵਡਿਆਈ ਕਰੋ, ਅਸੀਂ ਬਹੁਤ ਉੱਚੇ ਹਾਂ, ਵੱਡੇ ਹਾਂ। ਪਰ ਪ੍ਰਮਾਤਮਾ ਵਾਹਿਗੁਰੂ ਦੇ ਸਮਾਨ ਕੋਈ ਨਹੀਂ ਪਹੁੰਚ ਸਕਿਆ। ਹਰਨਾਕਸ਼ ਨੇ ਸੋਚਿਆ ਕਿ ਮੈਂ ਹੁਣ ਸਦਾ ਕਾਇਮ ਰਹਿਣ ਵਾਲਾ, ਕਹੋ ਜਲੇ ਹਰਨਾਕਸ਼ ਥਲੇ ਹਰਨਾਕਸ਼। 12 ਵਰ ਲਏ, ਸੋਚਿਆ ਕਿ ਮੈਂ ਰੱਬ ਬਣ ਗਿਆ। ਪਰ 12 ਦੇ 12 ਵਰ ਪੂਰੇ ਕਰਕੇ ਪ੍ਰਭ ਥੰਮ ਤੇ ਨਿਕਸਿਓ ਕਹਿ ਵਿਸਥਾਰ ਹਰਨਾਕਸ਼ ਛੇਦਿਓ ਨਖ ਬਦਾਰ। ਇਸ ਲਈ ਪ੍ਰਮਾਤਮਾ ਵਾਹਿਗੁਰੂ ਦੇ ਸਮਾਨ ਦੂਜਾ ਕੋਈ ਨਹੀਂ, ਨਾ ਪਹੁੰਚ ਸਕਿਆ, ਨਾ ਪਹੁੰਚ ਸਕੇਗਾ। ਹਮ ਰਿਦ ਮਹਿ ਸਦਾ ਬਸਾਇਓ। ਪੰਡਤ ਜੀ ਸੁਣੋ, ਹਮ ਰਿਦ ਮੈਂ ਸਦਾ ਬਸਾਇਓ। ਉਹ ਅਕਾਲ ਪੁਰਖ ਵਾਹਿਗੁਰੂ ਠਾਕੁਰ ਜਿਹਦਾ ਸਰੂਪ ਤੁਹਾਨੂੰ ਦੱਸਿਆ ਹੈ ਨਾ, ਉਹਨੂੰ ਅਸੀਂ ਸਦਾ ਆਪਣੇ ਹਿਰਦੇ 'ਚ ਵਸਾਇਆ ਹੈ। ਨਿਸ ਦਿਓਸ ਨਾ ਕਬਹਿ ਭੁਲਾਇਓ। ਦਿਨ ਰਾਤ ਉਹਨੂੰ ਹਿਰਦੇ 'ਚ ਵਸਾਉਂਦੇ ਆ ਤੇ ਕਦੇ ਭੁਲਾਉਂਦੇ ਨਹੀਂ। ਇਹੋ ਹੀ ਗੁਰੂ ਕੇ ਸਿੱਖ ਨੂੰ ਉਪਦੇਸ਼ ਹੈ ਸਤਿਗੁਰਾਂ ਦਾ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਉਹਨੂੰ ਹਿਰਦੇ 'ਚ ਵਸਾ ਕੇ ਰੱਖਿਆ ਦਿਨ ਰਾਤ। ਗੁਰੂ ਕੇ ਸਿੱਖ ਜਿਹੜੇ ਗੁਰੂ ਸਾਹਿਬ ਦੇ ਬਚਨਾਂ ਨੂੰ ਕਮਾਉਣ ਵਾਲੇ, ਸੌਂਦਿਆਂ ਵਾਹ ਵਾਹ ਉਚਰੈ, ਉੱਠਦੇ ਵੀ ਵਾਹੋ ਕਰੇਨ। ਸੌਣ ਲੱਗਿਆਂ ਵੀ ਇਹ ਰਹਿਤ ਮਰਿਆਦਾ, ਜਿਹੜੇ ਬਚਨ ਕਮਾਉਣ ਵਾਲੇ ਨੇ ਸਤਿਗੁਰਾਂ ਦਾ ਕੀਰਤਨ ਸੋਲੇ ਦਾ ਪਾਠ ਕਰਕੇ ਸੌਣਾ। ਅੰਮ੍ਰਿਤ ਵੇਲੇ ਉੱਠਦੇ ਸਾਰੀ ਗੱਲਾਂ ਨਹੀਂ, ਵਾਹਿਗੁਰੂ 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 ਕਹਿ ਕੇ ਉੱਠਦੇ ਨੇ। ਇਉਂ ਦਿਨ ਰਾਤ ਅਸੀਂ ਉਹਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਸੰਭਾਲਿਆ ਹੈ, ਕਦੇ ਭੁਲਾਇਆ ਨਹੀਂ, ਵਿਸਾਰਿਆ ਨਹੀਂ। ਗਨ ਦੀਨ ਬੰਦ ਜਗਨਾਥਾ। ਇਸ ਤਰ੍ਹਾਂ ਦੀਨਾਂ ਦਾ ਉਹ ਸੰਬੰਧੀ, ਗਰੀਬਾਂ ਦਾ ਉਹ ਰੱਖਿਅਕ, ਜਗਤ ਦਾ ਉਹ ਮਾਲਕ ਹੈ। ਨਿਜ ਸੇਵਕ ਕੇ ਨਿਤ ਸਾਥਾ। ਆਪਣੇ ਸੇਵਕਾਂ ਦੇ ਨਾਲ ਸਦਾ ਹੀ ਰਹਿੰਦਾ ਹੈ। ਕਰ ਪ੍ਰਗਟ ਆਪਣੋ ਰੂਪਾ। ਉਸ ਨੇ ਆਪਣਾ ਸਰੂਪ ਜਿਹੜਾ ਹੈ ਉਹ ਪ੍ਰਗਟ ਕੀਤਾ ਹੋਇਆ। ਆ ਸਾਰੀ ਸ੍ਰਿਸ਼ਟੀ ਕਿਸ ਦਾ ਸਰੂਪ ਹੈ? ਪ੍ਰਮਾਤਮਾ ਹਰੀ ਦਾ ਆਪਣਾ ਹੀ ਤਾਂ ਸਰੂਪ ਹੈ। ਮਹਾਰਾਜ ਕਹਿੰਦੇ ਕੇਵਲ ਪੱਥਰ 'ਚ ਹੀ ਨਾ ਦੇਖੋ, ਆ ਪਹਾੜ, ਇਹ ਬਨਾਸਪਤੀ, ਇਹ ਧਰਤੀ, ਇਹ ਸਾਗਰ, ਇਹ ਜਿੰਨੇ ਵੀ ਮਨੁੱਖ ਨੇ, ਸਾਰਾ ਪ੍ਰਮਾਤਮਾ ਹਰੀ ਦਾ ਹੀ ਆਪਣਾ ਵਿਰਾਟ ਸਰੂਪ ਹੈ। ਹੋਏ ਭਗਤਨ ਕੇ ਅਨਰੂਪਾ। ਹਾਂ, ਉਹ ਭਗਤਾਂ ਦਾ ਸਦਾ ਅੰਗੀਕਾਰ ਕਰਦਾ ਹੈ, ਭਗਤਾਂ ਨੂੰ, ਭਗਤਾਂ ਦੀ ਸਦਾ ਰੱਖਿਆ ਕਰਦਾ ਹੈ। ਜਬ ਭੀੜ ਪਰ ਹੈ ਕਿਤੇ ਆਈ। ਜਦੋਂ ਕਿਤੇ ਭਗਤਾਂ ਦੇ ਉੱਤੇ ਪੀੜ ਬਣਦੀ ਹੈ, ਦੇ ਆਪਨ ਹੱਥ ਬਚਾਈ। ਫਿਰ ਆਪਣੇ ਭਗਤਾਂ ਨੂੰ ਹੱਥ ਦੇ ਕੇ ਉਹਨਾਂ ਦੀ ਰੱਖਿਆ ਕਰਦਾ ਹੈ। ਤਾਂ ਸਾਰਿਆਂ ਵਿੱਚ ਉਹਦਾ ਨਿਵਾਸ, ਪਰ ਭਗਤ ਜਨ ਜਿਹੜੇ ਨੇ ਨਾ, ਉਹ ਹਮੇਸ਼ਾ ਪ੍ਰਭੂ ਵਾਹਿਗੁਰੂ ਜੀ ਦੀ ਟੇਕ ਲੈਂਦੇ ਨੇ ਤੇ ਫਿਰ ਉਹ ਭਗਤਾਂ ਦਾ ਸਹਾਈ ਹੈ, ਭਗਤਾਂ ਦੀ ਰੱਖਿਆ ਕਰਨ ਵਾਲਾ ਹੈ। ਕਿਸ ਤਰ੍ਹਾਂ ਉਹਦਾ ਸਰੂਪ ਪ੍ਰਗਟ ਹੁੰਦਾ ਹੈ? ਜਦੋਂ ਵੀ ਪਰਮਾਤਮਾ ਦੇ ਭਗਤਾਂ 'ਤੇ ਕੋਈ ਵਿਪਤਾ ਬਣੀ ਹੈ,
ਫਿਰ ਉਹਨੇ ਆਪਣਾ ਸਰੂਪ ਪ੍ਰਗਟ ਕੀਤਾ। ਭਗਤ ਪ੍ਰਹਿਲਾਦ ਜੀ ਤੇ ਬਣੀ, ਕਹਿੰਦਾ ਦੱਸ ਕਿੱਥੇ ਤੇਰਾ ਰੱਬ, ਜੇ ਹੋਵੇ ਤੇ ਦਿਖਾਈ ਨਾ ਦਵੇ। ਅੱਜ ਇਸ ਤਰ੍ਹਾਂ ਨਾਸਤਕ ਲੋਕ ਕਹਿੰਦੇ ਨੇ। ਤੇ ਫਿਰ ਦਿਖਾ ਦਿੱਤਾ ਆਪਣਾ ਸਰੂਪ। ਭਗਤ ਜੀ ਨੇ ਗਵਾਹੀ ਦਿੱਤੀ ਇਸ ਗੱਲ ਦੀ ਕਿ ਥੰਮ ਤੇ ਨਿਕਸੇ ਕੈ ਵਿਸਥਾਰ, ਥੰਮ ਵਿੱਚੋਂ ਪ੍ਰਗਟ ਹੋਏ। ਇਉਂ ਆਪਣਾ ਸਰੂਪ ਦਿਖਾਉਂਦਾ ਹੈ, ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਹੱਥ ਦੇ ਕੇ। ਫਿਰ ਸਤਿਗੁਰੂ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ, ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਹੈ ਭਗਤ ਵਸ਼ਲ ਤਿਸ ਨਾਮੂ। ਉਸ ਦਾ ਨਾਮ ਕੀ ਹੈ ਜੀ? ਭਗਤ ਵਸ਼ਲ। ਵਸ਼ਲ ਪ੍ਰੇਮੀ, ਭਗਤਾਂ ਦਾ ਇਹ ਉਹਦਾ ਨਾਮ ਹੈ। ਭਗਤ ਵਸ਼ਲ, ਭਗਤਾਂ ਨੂੰ, ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਕਨ ਦੀਨ ਬੰਦ ਅਬਰਾਮੂ। ਗਰੀਬਾਂ ਦਾ ਸੰਬੰਧੀ ਹੈ ਤੇ ਉਸ ਦਾ ਇਹ ਨਾਮ ਦੀਨਾ ਬੰਧੂ ਵੀ ਹੈ, ਭਗਤ ਵਸ਼ਲ ਵੀ ਹੈ। ਸੋ ਸਦਾ ਗਰੀਬ ਨਿਵਾਜਾ। ਸਦਾ ਹੀ ਉਹ ਗਰੀਬਾਂ ਨੂੰ ਨਿਵਾਜਦਾ ਹੈ। ਇੱਕ ਤਾਂ ਜਿਨ੍ਹਾਂ ਦਾ ਕੋਈ ਨਾ ਹੋਵੇ ਉਹਨੂੰ ਵੀ ਗਰੀਬ ਕਿਹਾ ਜਾਂਦਾ ਹੈ। ਇੱਕ ਹਿਰਦੇ ਕਰਕੇ ਜਿਹੜੇ ਗਰੀਬ ਨੇ, ਸਾਰਾ ਕੁਝ ਕੋਲ ਹੁੰਦਿਆਂ ਹੋਇਆਂ ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ਼। ਜਿਹੜੇ ਅੰਦਰ ਦੀ ਨਿਮਰਤਾ ਰੱਖਦੇ ਨੇ ਉਹਦਾ ਨਾਮ ਹੈ ਗਰੀਬ ਨਿਵਾਜ, ਉਹਨਾਂ ਨੂੰ ਉਹ ਨਿਵਾਜਦਾ ਹੈ। ਬਹੁ ਅਦਮ ਉਦਾਹਰਨ ਕਾਜਾ। ਜਿਸ ਦਾ ਕੰਮ ਕੀ ਹੈ? ਅਦਮ ਉਦਾਹਰਨ। ਅਦਮ ਨਾਮ ਹੈ ਨੀਚ, ਨੀਚਾਂ ਨੂੰ ਵੀ ਉਦਾਰ ਕਰਨ ਵਾਲਾ ਕੌਣ ਹੈ? ਪਰਮਾਤਮਾ ਹੈ। ਜਉ ਨਾ ਜਉ ਪੈ ਹਮ ਨਾ ਪਾਪ ਕਰਨ ਤਾ ਅਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ। ਜੇ ਮੇਰੇ ਕੋਲ ਪਾਪ ਨਾ ਹੁੰਦੇ ਤੈਨੂੰ ਪਤਤ ਪਾਵਨ ਕੌਣ ਕਹਿੰਦਾ। ਇਉਂ ਅਦਮਾਂ ਨੂੰ, ਨੀਚਾਂ ਨੂੰ ਵੀ, ਗਨਕਾ ਵਰਗਿਆਂ ਨੂੰ ਵੀ ਤਾਰਿਆ, ਜਾਮਲ ਵਰਗਿਆਂ ਨੂੰ ਤਾਰਿਆ। ਇਉਂ ਨੀਚਾਂ ਨੂੰ ਵੀ ਤਾਰਨ ਵਾਲਾ ਹੈ। ਭਾਈ ਗੁਰਦਾਸ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਕਹਿੰਦੇ ਨੇ ਆਪਣੀ ਕਰਨੀ ਕਰ ਨਰਕ ਹੋ ਨਾ ਪਾਵੋ ਠੌਰ, ਤੁਮਰੋ ਬਿਰਦ ਕਰ ਆਸਰੋ ਸੰਭਾਰੋ। ਜਦੋਂ ਸੁਣਦੇ ਆ ਨਾ ਕਿ ਤੂੰ ਇੰਨੇ ਨੀਚਾਂ ਦਾ ਵੀ ਉਧਾਰ ਕਰ ਦਿੱਤਾ, ਫਿਰ ਮੇਰੇ ਮਨ ਵਿੱਚ ਵੀ ਆਸਰਾ ਬਣਦਾ ਹੈ। ਇਉਂ ਤੇਰਾ ਇਹ ਕਾਰਜ ਹੈ। ਕਬਿਤ ਪ੍ਰਭੂ ਮਧੂਸੂਦਨ ਗੋਬਿੰਦ ਦਇਆ ਨਿਧ ਹਰ। ਇਸ ਕਬਿਤ ਵਿੱਚ ਉਸ ਪ੍ਰਭੂ ਦੇ ਸਰੂਪ ਨੂੰ ਬਿਆਨ ਕੀਤਾ ਹੈ। ਉਹਦਾ ਨਾਮ ਮਧੂਸੂਦਨ ਵੀ ਹੈ। ਗੋਬਿੰਦ ਗੋ ਨਾਮ ਧਰਤੀ ਦਾ, ਬਿੰਦ ਨਾਮ ਪਾਲਣਾ ਕਰਨ ਵਾਲਾ ਹੈ। ਇਸੇ ਤਰ੍ਹਾਂ ਗੋ ਨਾਮ ਮਾਂ ਦੀ ਗਰਭ ਦਾ ਹੈ, ਬਿੰਦ ਨਾਮ ਮਾਤਾ ਦੀ ਗਰਭ ਦੇ ਵਿੱਚ ਰੱਖਿਆ ਕਰਨ ਵਾਲਾ, ਉਹਨੂੰ ਕਹਿੰਦੇ ਨੇ ਗੋਬਿੰਦ। ਤੇ ਅੱਗੇ ਦਇਆ ਨਿਧ, ਦਇਆ ਦਾ ਉਹ ਨਿਧ ਖਜ਼ਾਨਾ ਹੈ ਹਰੀ ਪਰਮਾਤਮਾ। ਹਾਂਜੀ। ਮਾਧਵ ਮੁਕੰਦ ਦੁਖ ਧੁੰਦ ਕੇ ਕਟਈਆ ਹੈ। ਮਾਇਆ ਦਾ ਪਤੀ, ਲక్ష్ਮੀ ਦਾ ਪਤੀ, ਮੁਕਤੀ ਦਾ ਦਾਤਾ ਹੈ, ਸਮੂਹ ਦੁੱਖਾਂ ਨੂੰ ਕੱਟਣ ਵਾਲਾ ਹੈ। ਸ਼੍ਰੀ ਪਤ ਅਖਲ ਪਤ ਮਹਿਦ ਜਗਤ ਪਿਤ। ਸ਼੍ਰੀ ਸ਼੍ਰੋਮਣੀ ਹੈ ਸਾਰਿਆਂ ਤੋਂ, ਅਖਲ ਸਾਰੇ ਸ੍ਰਿਸ਼ਟੀ ਦਾ ਪਤ ਮਾਲਕ ਹੈ, ਮਹਿਦ ਵੱਡਾ ਹੈ। ਸੀਤਾ ਪਤ ਰਮਾ ਪਤ ਸੇਵਕ ਸਹਾਇਆ ਹੈ। ਰਮਾ ਦਾ ਪਤੀ, ਸੇਵਕਾਂ ਦੀ ਸਹਾਇਤਾ ਕਰਨ ਵਾਲਾ। ਸੀਤਾ ਦਾ ਪਤੀ ਜੋ ਰਾਮ, ਉਹਨੂੰ ਵੀ ਤਾਕਤ ਦੇਣ ਵਾਲਾ ਉਹ ਪਰਮਾਤਮਾ ਹੈ। ਈਸ਼ਰ ਆਨੰਦ ਰੂਪ ਅਚੁੱਤ ਅਨੂਪ ਗੁਰ। ਈਸ਼ਰ ਆਨੰਦ ਰੂਪ, ਸਾਰਿਆਂ ਨੂੰ ਆਨੰਦ ਦੇਣ ਵਾਲਾ ਹੈ। ਈਸ਼ਵਰ ਅਚੁੱਤ ਅਗਿੜ ਹੈ, ਅਨੂਪ ਉਪਮਾ ਤੋਂ ਰਹਿਤ, ਗੁਰ ਵੱਡਾ ਉਸ ਦਾ ਸਰੂਪ ਹੈ। ਭੂਪਨ ਕੋ ਭੂਪਤ ਹੰਕਾਰ ਕੇ ਹਰਈਆ ਹੈ। ਰਾਜਿਆਂ ਦਾ ਰਾਜਾ ਤੇ ਹੰਕਾਰ ਨੂੰ ਨਾਸ਼ ਕਰਨ ਵਾਲਾ ਹੈ। ਜਾਂ ਰਾਜਿਆਂ ਦੇ ਵੱਡੇ ਜਿਹੜੇ ਰਾਜੇ ਨੇ ਉਹਨਾਂ ਦੇ ਵੀ ਮਾਨ ਨੂੰ ਤੋੜਨ ਵਾਲਾ ਹੈ। ਪਾਰ ਬ੍ਰਹਮ ਪੂਰਨ ਅਨੇਕ ਰਿਪ ਚੂਰਨ ਅਨੰਤ ਕਰਤਾਰ ਸਭ। ਹਾਂ, ਪਾਰ ਬ੍ਰਹਮ ਪਾਰਾਵਾਰ ਤੋਂ ਰਹਿਤ ਹੈ, ਪੂਰਨ ਹੈ ਸਾਰੀਆਂ ਥਾਵਾਂ ਤੇ। ਅਨੇਕ ਰਿਪ ਚੂਰਨ, ਅਨੇਕਾਂ ਹੀ ਰਿਪ ਨਾਮ ਵੈਰੀਆਂ ਦਾ ਹੈ, ਚੂਰਨ ਵੈਰੀਆਂ ਨੂੰ ਨਾਸ਼ ਕਰਨ ਵਾਲਾ ਹੈ। ਅਨੰਤ ਕਰਤਾਰ ਸਭ ਜੀਵਨ ਦਵਈਆ ਹੈ। ਅੰਤ ਤੋਂ ਰਹਿਤ, ਕਰ ਨਾਮ ਰੋਜੀ ਰੂਪੀ ਤਾਰ ਉਸ ਦੇ ਹੱਥ ਵਿੱਚ ਹੈ, ਸਾਰੇ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਹੈ। ਦੋਹਰਾ ਇਸ ਪ੍ਰਕਾਰ ਠਾਕੁਰ ਪ੍ਰਭੂ। ਇਸ ਤਰ੍ਹਾਂ ਦਾ ਸਾਡਾ ਠਾਕੁਰ ਮਾਲਕ ਪ੍ਰਭੂ ਹੈ। ਸਾਲਗ੍ਰਾਮ ਵਿਸਾਲ। ਸਾਡਾ ਪ੍ਰਭੂ ਜਿਹੜਾ ਸਾਲਗ੍ਰਾਮ, ਉਹ ਬਹੁਤ ਵਿਸ਼ਾਲ ਹੈ, ਬਹੁਤ ਵੱਡਾ ਹੈ। ਸ੍ਰੀ ਗੁਰੂ ਅਰਜਨ ਵਰਣਿਓ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਰਣਨ ਕੀਤਾ ਹੈ। ਸੁਨਤ ਵਿਪਰ ਤਿਸ ਕਾਲ। ਤੇ ਜਿਹੜਾ ਬ੍ਰਾਹਮਣ ਸਤਿਗੁਰਾਂ ਦੇ ਕੋਲ ਆਇਆ ਸੀ, ਉਸ ਨੇ ਸਾਰਾ ਉਪਦੇਸ਼ ਸਤਿਗੁਰਾਂ ਦਾ ਦਿੱਤਾ ਹੋਇਆ ਸਰਵਣ ਕੀਤਾ ਹੈ। ਦੋਹਰਾ ਸੁਨ ਕਰ ਬੋਲਿਓ ਵਿਪਰ ਤਬ। ਸਤਿਗੁਰੂ ਜੀ ਦੇ ਬਚਨ ਸੁਣ ਕੇ ਬ੍ਰਾਹਮਣ ਕਹਿਣ ਲੱਗਾ, ਭਾਖਾ ਬਾਣੀ ਇਹ। ਐ ਗੁਰਦੇਵ ਜੀ, ਜਿਹੜੀ ਤੁਸੀਂ ਬਾਣੀ ਉਚਾਰਨ ਕੀਤੀ ਹੈ ਨਾ, ਇਹ ਭਾਖਾ ਨਾਮ ਹੁੰਦਾ ਆਮ ਬੋਲੀ ਦਾ। ਕਿਉਂਕਿ ਜਿਹੜੀ ਸੰਸਕ੍ਰਿਤ ਹੈ, ਇਹਨੂੰ ਦੇਵ ਭਾਸ਼ਾ ਮੰਨਦੇ ਨੇ ਸਨਾਤਨ ਮਤ ਵਾਲੇ। ਕਿਹਾ ਜਾਂਦਾ ਹੈ ਕਿ ਦੇਵਤਿਆਂ ਦੀ ਬੋਲੀ ਹੈ। ਤੇ ਜਿਹੜੀ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ, ਭਾਖਾ ਆਮ ਬੋਲੀ, ਆਮ ਲੋਕਾਂ ਦੀ ਭਾਸ਼ਾ।
ਤੇ ਕਿਉਂ ਸਤਿਗੁਰਾਂ ਨੇ ਆਮ ਲੋਕਾਂ ਦੀ ਭਾਸ਼ਾ ਵਿੱਚ ਇਹ ਉਪਦੇਸ਼ ਦਿੱਤਾ ਕਿ ਹਰੇਕ ਨੂੰ ਸਮਝ ਪੈ ਜਾਵੇ ਉਪਦੇਸ਼ ਦੀ। ਭਾਵੇਂ ਕੋਈ ਵੀ ਜਾਤੀ ਵਾਲਾ ਹੋਵੇ, ਕਿਸੇ ਤਰ੍ਹਾਂ ਦਾ ਮਨੁੱਖ ਉੱਚੀ ਨੀਵੀਂ ਕਿਸੇ ਜਾਤ ਨਾਲ ਸੰਬੰਧ ਰੱਖਦਾ ਹੈ, ਕੋਈ ਪੜ੍ਹਿਆ ਅਨਪੜ੍ਹਿਆ, ਸਾਰੇ ਹੀ ਪਰਮਗਤੀ ਪਾਉਣ, ਤਾਂ ਸਤਿਗੁਰਾਂ ਨੇ ਆਮ ਲੋਕਾਂ ਦੀ ਭਾਸ਼ਾ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ। ਤੇ ਜੇ ਕਿਤੇ ਸਤਿਗੁਰਾਂ ਨੇ ਹੋਰ ਦੇਖਿਆ ਇਹਨੂੰ ਸੁਖੈਨ ਕਰਨਾ, ਫਿਰ ਮਹਾਰਾਜ ਜੀ ਨੇ ਕੋਈ ਮਹਿੰਗੀ ਬਾਣੀ ਗੁਰਾਂ ਨੇ ਉਚਾਰੀ। ਫਿਰ ਗੁਰੂ ਅਰਜਨ ਦੇਵ ਸਾਹਿਬ ਪੰਜਵਾਂ ਸਰੂਪ ਦੇ ਵਿੱਚ ਸੁਖੈਨ 12 ਮਾਹ ਉਚਾਰਨ ਕੀਤਾ। ਆ ਮੰਜੀ ਸਾਹਿਬ ਵਾਲੇ ਅਸਥਾਨ ਤੇ ਜਿਹੜਾ ਬਾਹਰ ਅਸਥਾਨ ਹੈ ਥੜਾ ਸਾਹਿਬ, ਇੱਥੇ ਬਿਰਾਜਮਾਨ ਹੋ ਕੇ ਕਿ ਸਤਿਗੁਰਾਂ ਨੇ ਉਪਦੇਸ਼ ਇਹ ਦਿੱਤਾ ਹੈ ਕਿ ਜਿਸ ਨੂੰ ਪੜ੍ਹ ਸੁਣ ਕੇ ਹਰੇਕ ਮਨੁੱਖ ਦੀ ਕਲਿਆਣ ਹੋ ਸਕੇ। ਉਪਦੇਸ਼ ਦਾ ਲਾਭ ਤੇ ਤਾਂ ਹੀ ਹੈ ਨਾ ਜਿਹਦੇ ਤੋਂ ਹਰੇਕ ਬੰਦਾ ਲਾਹਾ ਲੈ ਸਕੇ। ਜਿਸ ਤਰ੍ਹਾਂ ਮੀਂਹ ਦਾ ਜਲ ਜਿਹੜਾ ਪਾਣੀ ਹੈ ਹਰੇਕ ਦੇ ਖੇਤਾਂ ਵਿੱਚ ਪੈਂਦਾ ਤੇ ਸਾਰਿਆਂ ਨੂੰ ਇਸ ਦਾ ਲਾਭ ਮਿਲਦਾ ਹੈ। ਤੇ ਜੇ ਇੱਕ ਖੂਹ ਹੋਵੇ ਤੇ ਉਹਦੇ ਤੋਂ ਕੋਈ ਏਕਾਦ ਮਨੁੱਖੀ ਲਾਭ ਚੁੱਕ ਸਕਦਾ ਹੈ। ਇਸ ਲਈ ਅੱਗੋਂ ਬ੍ਰਾਹਮਣ ਕਹਿਣ ਲੱਗਾ, ਸੁਣ ਕਰ ਬੋਲਿਓ ਵਿਪਰ ਤਬ ਭਾਖਾ ਬਾਨੀਏ। ਮਹਾਰਾਜ ਨੇ ਇੱਕ ਸ਼ਬਦ ਉਚਾਰਿਆ ਰਾਮਕਲੀ ਰਾਗ 'ਚ ਤੇ ਇੱਕ ਸਤਿਗੁਰਾਂ ਨੇ ਉਚਾਰਿਆ ਆਸਾ ਰਾਗ 'ਚ। ਦੋ ਸ਼ਬਦ ਇਸ ਦੇ ਪ੍ਰਥਾਏ ਉਚਾਰਨ ਕੀਤੇ। ਸੁਣ ਕੇ ਕਹਿਣ ਲੱਗਾ ਜਿਹੜੀ ਤੁਹਾਡੀ ਬੋਲੀ ਇਹ ਆਮ ਲੋਕਾਂ ਦੀ, ਜਿਹਨੂੰ ਆਪਾਂ ਕਹਿ ਲੈਂਦੇ ਹਾਂ ਕਈ ਵਾਰੀ ਆ ਪੰਜਾਬੀ ਬੋਲੀ ਜਦੋਂ ਸੁਣਨ ਨੂੰ ਮਿਲਦੀ ਹੈ ਤੇ ਕਹਿੰਦੇ ਜੀ ਇਹ ਨਾ ਬੋਲੋ। ਕਈ ਸਕੂਲਾਂ 'ਚ ਲਾਜ਼ਮੀ ਕੀਤਾ ਗਿਆ ਹਿੰਦੀ ਬੋਲੋ। ਮੈਂ ਕਈ ਵਾਰੀ ਕਹਿ ਕੇ ਇਹ ਬੇਨਤੀਆਂ ਕਰਦਾ ਕਿ ਜੇ ਬੋਲਣੀ ਸੀ ਤੇ ਫਿਰ ਆਪਣੀ ਬੋਲੀ ਨੂੰ ਵੀ ਬਚਾ ਲੈਂਦੇ। ਜਿਹੜੀ ਦੇਵ ਭਾਸ਼ਾ ਸੀ ਉਹ ਸੰਸਕ੍ਰਿਤ ਮੰਨੀ ਗਈ ਸੀ ਤੇ ਬਹੁਤ ਨੇ ਸਨਾਤਨੀ ਜਿਹੜੇ ਸਕੂਲ ਸਨ ਉਹਨਾਂ ਵਿੱਚ ਸੰਸਕ੍ਰਿਤ ਲਾਗੂ ਕਰਾ ਦਿੰਦੇ ਤੇ ਪੰਜਾਬ ਦੇ ਵਿੱਚ ਪੰਜਾਬੀ ਨੂੰ ਬੰਦ ਕਰਾਉਣ ਵਾਸਤੇ ਬੜਾ ਜ਼ੋਰ ਲਾਇਆ ਕਿ ਇਹ ਭਾਸ਼ਾ ਵੀ ਜਿਹੜੀ ਪਿੱਛੇ ਕੀਤੀ ਜਾਵੇ। ਪਰ ਇਸ ਭਾਸ਼ਾ ਵਿੱਚ ਗੁਰਮੁਖੀ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਆ ਤੇ ਇਹ ਉਪਦੇਸ਼ ਸਾਰੀ ਸ੍ਰਿਸ਼ਟੀ ਦਾ ਉਧਾਰ ਕਰਤਾ ਹੈ, ਸਾਰਿਆਂ ਲਈ ਸਾਂਝਾ ਹੈ। ਕਹਿਣ ਲੱਗਾ ਮਹਾਰਾਜ ਜਿਹੜੀ ਤੁਹਾਡੀ ਬੋਲੀ ਆਮ ਲੋਕਾਂ ਦੀ ਭਾਸ਼ਾ ਹੈ, ਸੰਸਕ੍ਰਿਤ ਹਮ ਕਹੁ ਰੁਚੈ। ਹਾਂ, ਸਾਨੂੰ ਤਾਂ ਸੰਸਕ੍ਰਿਤ ਦੇ ਨਾਲ ਹੀ ਰੁਚੀ ਹੈ। ਅਸੀਂ ਤਾਂ ਸੰਸਕ੍ਰਿਤ ਵਿੱਚ ਰੁਚੀ ਰੱਖਦੇ ਹਾਂ। ਪਠੈ ਸੁਨਹਿ ਤਰਨੇਹ। ਸੰਸਕ੍ਰਿਤ ਹੀ ਪੜ੍ਹਦੇ ਹਾਂ, ਉਹਨੂੰ ਹੀ ਸੁਣਦੇ ਹਾਂ, ਉਸੇ ਵਿੱਚ ਅਸੀਂ ਉਪਦੇਸ਼ ਦਿੰਦੇ ਹਾਂ। ਹਾਕਲ ਛੰਦ ਪ੍ਰਮਾਣ ਕਰੈ ਤਿਸ ਕੇਰਾ। ਤੇ ਉਸ ਸੰਸਕ੍ਰਿਤ ਦੇ ਵਿੱਚ ਸਾਨੂੰ ਕੋਈ ਪ੍ਰਮਾਣ ਦਵੋ। ਕਲਿਆਣ ਸੋ ਦੇਤ ਉਚੇਰਾ। ਤੇ ਉਹ ਜਿਹੜੀ ਸੰਸਕ੍ਰਿਤ ਬੋਲੀ ਹੈ ਉਸ ਵਿੱਚ ਹੀ ਸਾਡਾ ਕਲਿਆਣ ਹੁੰਦਾ ਹੈ। ਸੁਰਬਾਨੀ ਜਨ ਸੋਈ। ਇਹ ਜਿਹੜੀ ਸੰਸਕ੍ਰਿਤ ਹੈ ਦੇਵਤਿਆਂ ਦੀ ਭਾਸ਼ਾ ਜਾਣੀ ਗਈ ਹੈ। ਪਠ ਵਿਦਿਆ ਲੈ ਸਭ ਕੋਈ। ਇਸ ਨੂੰ ਸਭ ਕੋਈ ਪੜ੍ਹ ਕੇ ਬ੍ਰਹਮ ਵਿਦਿਆ ਪ੍ਰਾਪਤ ਕਰਦਾ ਹੈ। ਕਿਆ ਭਾਖਾ ਤੇ ਹੋਏ ਜਾਵੇ। ਇਹ ਦੱਸੋ ਜਿਹੜੀ ਤੁਹਾਡੀ ਬੋਲੀ ਆਮ ਲੋਕਾਂ ਦੀ ਭਾਸ਼ਾ, ਆਮ ਲੋਕਾਂ ਦੀ ਭਾਸ਼ਾ ਨਾਲ ਇਸ ਬੋਲੀ ਨਾਲ ਕੀ ਹੁੰਦਾ ਹੈ? ਜਿਹੇ ਲੋਕ ਨਹੀਂ ਮੰਨ ਲਿਆਵੇ। ਇਹ ਜਿਹੜੇ ਪੰਡਤ ਲੋਕ ਨੇ, ਵਿਦਵਾਨ ਲੋਕ ਨੇ, ਇਸ ਬੋਲੀ ਨੂੰ ਆਪਣੇ ਮਨ ਵਿੱਚ ਨਹੀਂ ਲਿਆਂਦੇ। ਕਿਮ ਕਰ ਹੈ ਸੁਭਗਤ ਇਹੀ। ਇਹ ਦੱਸੋ ਕਿ ਤੁਹਾਡੀ ਇਹ ਭਾਖਾ ਬੋਲੀ ਆਮ ਲੋਕਾਂ ਦੀ ਭਾਸ਼ਾ ਇਹ ਕਿਸ ਤਰ੍ਹਾਂ ਕਲਿਆਣ ਕਰੇਗੀ? ਜਿਸ ਬਿਖੈ ਜੁਗਤ ਨਹਿ ਕੇਹੀ। ਜਿਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਜੁਗਤੀ ਨਹੀਂ ਹੈ। ਸੁਨ ਬੋਲੇ ਗੁਰੂ ਪਰਬੀਨਾ। ਚਤੁਰ ਸਤਿਗੁਰੂ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਸੁਣ ਕੇ ਇਸ ਦੀ ਗੱਲ ਕਹਿਣ ਲੱਗੇ। ਬਿਨ ਭਾਖਾ ਸੰਸਕ੍ਰਿਤ ਹੀਨਾ। ਗੁਰਦੇਵ ਕਹਿੰਦੇ ਭਾਖਾ ਤੋਂ ਬਿਨਾਂ ਸੰਸਕ੍ਰਿਤ ਹੀਣੀ ਮੁਹਤਾਜ ਹੈ। ਮੁਹਤਾਜ ਤੋਂ ਭਾਵ ਸੰਸਕ੍ਰਿਤ ਕਿਸੇ ਦੀ ਮੁਤਾਜਗੀ ਰੱਖਦੀ ਹੈ। ਕਿਹਦੀ ਮੁਤਾਜਗੀ ਰੱਖਦੀ ਹੈ? ਆਮ ਬੋਲੀ ਦੀ, ਜਿਹੜੀ ਆਮ ਇਲਾਕਿਆਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਹੈ। ਉਹਦੇ ਤੋਂ ਬਿਨਾਂ ਸੰਸਕ੍ਰਿਤ ਜਿਹੜੀ ਉਹ ਹੀਣੀ ਹੈ। ਸੰਸਕ੍ਰਿਤ ਕਿਸੇ ਦੀ ਮੁਤਾਜ ਹੈ। ਜਗਿਆਸੂ ਨਹਿਨ ਉਦਾਰੈ। ਜਗਿਆਸੂ ਨਹਿਨ ਉਦਾਰੈ। ਜਿਹੜੇ ਜਗਿਆਸੂ ਹੁੰਦੇ ਨੇ, ਜਿਨ੍ਹਾਂ ਦੇ ਮਨ ਦੀ ਆਸਾ ਜਾਗੀ ਪਰਮਾਤਮਾ ਨੂੰ ਮਿਲਣ ਦੀ। ਜਿਹੜੇ ਆਮ ਲੋਕ ਕਿਰਤ ਕਰਦੇ ਹਨ ਆਪਣੀ ਘਰਾਂ ਦੇ ਵਿੱਚ ਰਹਿ ਕੇ, ਉਹਨਾਂ ਦਾ ਇਹ ਕਿਸ ਤਰ੍ਹਾਂ ਉਧਾਰ ਕਰੇਗੀ? ਕਿਮ ਭਗਤ ਗਿਆਨ ਸਿੱਖ ਤਾਰੈ। ਦੱਸੋ ਕਿਸ ਤਰ੍ਹਾਂ ਭਗਤੀ ਅਤੇ ਗਿਆਨ ਦੇ ਕੇ, ਸਿੱਖਿਆ ਦੇ ਕੇ ਤਾਰੇਗੀ? ਜਬ ਪਠੋ ਸ਼ਲੋਕ ਉਚਾਰੀ। ਜਦੋਂ ਤੁਸੀਂ ਸੰਸਕ੍ਰਿਤ ਦੇ ਸ਼ਲੋਕ ਪੜ੍ਹਦੇ ਹੋ, ਉਚਾਰਦੇ ਹੋ। ਨਹਿ ਸਮਝੈ ਕੋ ਨਰ ਨਾਰੀ। ਆਮ ਲੋਕ ਜਿਹੜੇ ਨੇ, ਗ੍ਰਸਤੀ ਲੋਕ ਜਿਹੜੇ ਨੇ, ਉਹ ਸੰਸਕ੍ਰਿਤ ਨਹੀਂ ਪੜ੍ਹੇ ਹੁੰਦੇ ਤੇ ਉਹ ਕਿਸ ਤਰ੍ਹਾਂ ਇਸ ਉਪਦੇਸ਼ ਨੂੰ ਸਮਝ ਸਕਦੇ ਨੇ? ਵਿੱਚ ਭਾਖਾ ਅਰਥ ਬਖਾਨੇ। ਫਿਰ ਤੁਸੀਂ ਸੰਸਕ੍ਰਿਤ ਦੇ ਸ਼ਲੋਕ ਪੜ੍ਹ ਕੇ ਉਹਦੀ ਜਿਹੜੀ ਵਿਆਖਿਆ ਹੈ ਉਹ ਆਮ ਬੋਲੀ 'ਚ ਕਰਦੇ ਹੋ ਨਾ। ਜਿਸ ਇਲਾਕੇ ਵਿੱਚ ਬੈਠੇ ਹੋਵੋ, ਆਮ ਲੋਕਾਂ ਦੀ ਬੋਲੀ ਵਿੱਚ ਉਸ ਦੀ ਵਿਆਖਿਆ ਕਰਦੇ ਹੋ। ਤਬ ਸਭ ਅਜਾਨ ਪੀ ਜਾਣੇ। ਫਿਰ ਸਾਰੇ ਜਿਹੜੇ ਅਣਜਾਣ ਲੋਕ ਹੁੰਦੇ ਨੇ ਉਸ ਉਪਦੇਸ਼ ਨੂੰ ਸਮਝਦੇ ਨੇ। ਕਦੋਂ ਸਮਝਦੇ ਨੇ? ਜਦੋਂ ਸੰਸਕ੍ਰਿਤ ਦੇ ਮਹਿੰਗੇ ਸ਼ਲੋਕ ਪੜ੍ਹੇ ਜਾਣ, ਉਦੋਂ ਸਮਝ ਵਿੱਚ ਨਹੀਂ ਪੈਂਦਾ ਉਪਦੇਸ਼। ਫਿਰ ਜਦੋਂ ਆਮ ਲੋਕਾਂ ਦੀ ਭਾਸ਼ਾ
ਜਾਂ ਉਹਨੂੰ ਪੰਜਾਬੀ ਵਿੱਚ ਜਾਂ ਜਿਸ ਇਲਾਕੇ ਦੇ ਲੋਕ ਹੋਣ ਉਸ ਭਾਸ਼ਾ ਵਿੱਚ ਉਹਨਾਂ ਨੂੰ ਸਿੱਖਿਆ ਦਿੱਤੀ ਜਾਂਦੀ, ਉਹਦੇ ਅਰਥ ਕੀਤੇ ਜਾਂਦੇ ਨੇ, ਫਿਰ ਉਹਨਾਂ ਦੇ ਗੱਲ ਸਮਝ ਵਿੱਚ ਪੈਂਦੀ ਹੈ। ਬਿਨ ਭਾਖਾ ਸਰਿਓ ਨਾ ਕਾਮੂ। ਫਿਰ ਦੱਸੋ ਕਿ ਇਹ ਆਮ ਬੋਲੀ ਤੋਂ ਬਿਨਾਂ ਤੁਹਾਡਾ ਵੀ ਕੰਮ ਨਾ ਸਰਿਆ, ਜਾਂ ਤੇ ਇਕੱਲੀ ਸੰਸਕ੍ਰਿਤ ਨਾਲ ਕੰਮ ਸਾਰ ਲੈਂਦੇ, ਸ਼ਲੋਕ ਉਚਾਰਦੇ ਤੇ ਲੋਕਾਂ ਦਾ ਕਲਿਆਣ ਕਿਸ ਤਰ੍ਹਾਂ ਹੁੰਦਾ, ਸੰਸਾਰ ਦਾ ਉਧਾਰ ਕਿਸ ਤਰ੍ਹਾਂ ਹੁੰਦਾ, ਸਮਝ ਹੀ ਨਹੀਂ ਸੀ ਪੈਣੀ ਕਿ ਸੰਸਕ੍ਰਿਤ ਵਿੱਚ ਪੰਡਤ ਜੀ ਪੜ੍ਹ ਕੇ ਗਏ। ਤੇ ਮਹਾਰਾਜ ਕਹਿੰਦੇ ਫਿਰ ਆਮ ਲੋਕਾਂ ਦੀ ਭਾਸ਼ਾ ਵਿੱਚ ਤੁਸੀਂ ਅਰਥ ਕਰਦੇ ਹੋ, ਉਹਨੂੰ ਵਿਖਿਆਨ ਕਰਦੇ ਹੋ, ਸਮਝਾਉਂਦੇ ਹੋ, ਚੰਗੀ ਤਰ੍ਹਾਂ ਗੱਲ ਸਮਝ ਵਿੱਚ ਪਾਉਂਦੇ ਹੋ। ਫਿਰ ਆਮ ਲੋਕਾਂ ਦੀ ਭਾਸ਼ਾ ਗੁਰਮੁਖੀ ਜਾਂ ਪੰਜਾਬੀ ਜਿਹੜੇ ਇਲਾਕੇ ਦੇ ਲੋਕ ਹੁੰਦੇ ਨੇ, ਉਹ ਭਾਸ਼ਾ ਤੁਹਾਨੂੰ ਨਾਲ ਲੈਣੀ ਪੈਂਦੀ ਹੈ। ਉਪਦੇਸ਼ ਨਾ ਭਾ ਬਿਰਾਮੂ। ਤੇ ਉਹਨਾਂ ਚਿਰ ਜਿੰਨਾ ਚਿਰ ਆਮ ਭਾਸ਼ਾ ਨਹੀਂ ਬੋਲਦੇ ਉਹਨਾਂ ਚਿਰ ਸੋਹਣਾ ਉਪਦੇਸ਼ ਸਮਝ ਵਿੱਚ ਨਹੀਂ ਪੈਂਦਾ। ਕਲਿਆਣ ਨਾ ਸਿੱਖ ਕੋ ਕੀਨਾ। ਜਿੰਨਾ ਚਿਰ ਸਮਝ ਵਿੱਚ ਨਾ ਪਏ ਸ਼ਲੋਕ ਸੰਸਕ੍ਰਿਤ ਦੇ, ਉਹ ਕਲਿਆਣ ਕਿਸ ਤਰ੍ਹਾਂ ਕਰਨਗੇ ਸੁਣਨ ਵਾਲੇ ਦਾ। ਜਿਸ ਬਿਨਾ ਭਈ ਫਲਹੀਨਾ। ਜਿਸ ਤੋਂ ਬਿਨਾ ਫਿਰ ਇਹ ਜਿਹੜੀ ਬੋਲੀ ਹੈ ਸੰਸਕ੍ਰਿਤ ਫਲਹੀਣੀ ਹੋ ਗਈ ਨਾ, ਇਹਨੇ ਕੀ ਫਲ ਦਿੱਤਾ? ਤੁਸੀਂ ਕਹਿੰਦੇ ਹੋ ਇਕੱਲੀ ਬੋਲੀ ਫਲ ਦਿੰਦੀ। ਸਤਿਗੁਰਾਂ ਨੇ ਕਿਸੇ ਭਾਸ਼ਾ ਨਾਲ ਨਫ਼ਰਤ ਨਹੀਂ ਕੀਤੀ। ਸਾਧ ਸੰਗਤ, ਹਰੇਕ ਤਰ੍ਹਾਂ ਦੀ ਭਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀ ਹੈ, ਪਰ ਬੋਲੀ ਸਤਿਗੁਰੂ ਜੀ ਨੇ ਜਿਹੜੀ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲਿਪੀ ਲਈ ਹੈ, ਇਹ ਗੁਰਮੁਖੀ ਲਈ ਹੈ। ਬਾਕੀ ਸਾਰੀਆਂ ਭਾਸ਼ਾਵਾਂ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਕੀਤੀਆਂ। ਸੰਸਕ੍ਰਿਤ ਵੀ ਦਰਜ ਕੀਤੀ, ਫਾਰਸੀ ਵੀ ਦਰਜ ਕੀਤੀ, ਅਰਬੀ ਦਰਜ ਕੀਤੀ, ਪੰਜਾਬੀ, ਹਿੰਦੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਹੁਤੇ ਸ਼ਲੋਕ ਹਿੰਦੀ ਵਿੱਚ ਨੇ, ਪਰ ਲਿਪੀ ਸਤਿਗੁਰਾਂ ਨੇ ਗੁਰਮੁਖੀ ਲਈ ਹੈ, ਕਿਉਂਕਿ ਇੱਥੇ ਸਾਰੇ ਭਗਤ ਜਨਾਂ ਨੂੰ, ਸਾਰੇ ਜਾਤੀ ਵਾਲਿਆਂ ਨੂੰ, ਹਰੇਕ ਧਰਮ, ਹਰੇਕ ਵਰਨ ਵਾਲਿਆਂ ਨੂੰ ਉਨਾ ਹੀ ਮਾਣ ਦਿੱਤਾ ਹੈ, ਇੱਕ ਜਿਹਾ ਸਤਿਕਾਰ ਦਿੱਤਾ ਹੈ। ਪਰ ਜਿਹਦੇ ਗੱਲ ਸਮਝ ਵਿੱਚ ਪਈ ਉਹੀ ਇਸ ਤੋਂ ਲਾਹਾ ਲੈ ਸਕਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਦੱਸੋ ਤੁਸੀਂ ਸੰਸਕ੍ਰਿਤ ਨੂੰ ਹੀ ਮਹਾਨ ਦੱਸ ਰਹੇ ਹੋ, ਫਿਰ ਸੰਸਕ੍ਰਿਤ ਦੇ ਸ਼ਲੋਕ ਪੜ੍ਹਨ ਨਾਲ ਹੀ ਤਾਂ ਨਹੀਂ ਕਿਸੇ ਦਾ ਉਧਾਰ ਹੋ ਜਾਂਦਾ, ਕਿ ਕਿਸੇ ਨੇ ਸੁਣ ਲਿਆ ਉਹ ਤੇ ਸਮਝ ਵਿੱਚ ਹੀ ਨਹੀਂ ਪੈਣੇ ਆਮ ਲੋਕਾਂ ਦੇ। ਫਿਰ ਤੁਹਾਨੂੰ ਆਮ ਭਾਸ਼ਾ ਦਾ ਸਹਾਰਾ ਨਾਲ ਲੈਣਾ ਪੈਂਦਾ ਹੈ। ਲੱਖ ਮੂਲ ਸੁਭਾਖਾ ਜਾਤੇ। ਫਿਰ ਜਿਹੜੀ ਮੂਲ ਮੁੱਢ ਕੀ ਹੋਈ? ਫਿਰ ਭਾਖਾ ਆਮ ਬੋਲੀ ਹੋਈ ਨਾ, ਜਿਹੜੇ ਇਲਾਕੇ ਵਿੱਚ ਤੁਸੀਂ ਬੈਠੇ ਹੋ ਉਹ ਭਾਸ਼ਾ ਹੀ ਮੁੱਢ ਹੋਈ, ਕਿਉਂਕਿ ਮੁੱਢ ਤੋਂ ਬਿਨਾਂ ਰੁੱਖ ਤੇ ਫਲ ਨਹੀਂ ਲੱਗਦਾ। ਤੇ ਫਲ ਕੀ ਸੀ? ਪਰਮਾਤਮਾ ਦੀ ਪ੍ਰਾਪਤੀ ਦਾ ਉਪਦੇਸ਼, ਉਹਦੀ ਪ੍ਰਾਪਤੀ ਇਹ ਫਲ ਹੈ। ਤੇ ਉਪਦੇਸ਼ ਕਿੱਦਾਂ ਦਿਓਗੇ? ਜੇ ਬਾਹਰ ਕਿਸੇ ਇਲਾਕੇ ਵਿੱਚ ਚਲੇ ਜਾਓ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੰਸਾਰ ਦੇ ਉਧਾਰ ਕਰਤਾ ਸਤਿਗੁਰੂ, ਹਰੇਕ ਦਾ ਮਹਾਰਾਜ ਜੀ ਨੇ ਦੁੱਖ ਦੇਖਿਆ। ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦੇ ਸਿਆਈ। ਕੋਈ ਇੱਕ ਆਧ ਇਲਾਕਾ ਨਹੀਂ, ਸਾਰੀ ਪ੍ਰਿਥਵੀ ਵਿੱਚ ਹਾਹਾਕਾਰ ਤ੍ਰਿਸ਼ਨਾ ਦੀ ਅੱਗ, ਈਰਖਾ ਦੀ ਅੱਗ ਬਲ ਰਹੀ ਸੀ। ਉਹ ਅੱਗ ਬੁਝਾਉਣ ਵਾਸਤੇ ਸਤਿਗੁਰਾਂ ਨੇ ਉਹਨਾਂ ਦੀ ਭਾਸ਼ਾ ਵਿੱਚ ਉਹਨਾਂ ਨੂੰ ਜਾ ਕੇ ਉਪਦੇਸ਼ ਦਿੱਤਾ। ਫਿਰ ਕਈ ਵਾਰ ਸਤਿਗੁਰਾਂ ਨੇ ਜਿਹੜੇ ਧਰਮ ਦਾ ਬੰਦਾ ਹੁੰਦਾ ਉਹਨੂੰ ਉਸ ਧਰਮ ਦਾ ਹੀ ਉਪਦੇਸ਼ ਬਖਸ਼ਿਸ਼ ਕੀਤਾ। 5 ਨਵਾਜ਼ਾਂ ਵਕਤ 5 ਪੰਜਾ ਪੰਜੇ 9 ਖੱਤਰੀ ਸੋ ਜੋ ਕਰਮਾ ਕਾ ਸੂਰ, ਪੁੰਨ ਦਾਨ ਕਾ ਕਰੈ ਸਰੀਰ, ਖੇਤ ਪਛਾਣੈ ਬੀਜੈ ਦਾਨ, ਸੋ ਖੱਤਰੀ ਦਰਗਹਿ ਪ੍ਰਵਾਨ। ਇਉਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਬੋਲੀ ਵਿੱਚ ਜਾ ਕੇ ਉਹਨਾਂ ਨੂੰ ਉਪਦੇਸ਼ ਦਿੱਤਾ। ਇਸ ਲਈ ਗੁਰਦੇਵ ਕਹਿੰਦੇ ਜਿਹੜੀ ਆਮ ਲੋਕਾਂ ਦੀ ਭਾਸ਼ਾ ਹੈ, ਜਿਹੜੇ ਇਲਾਕੇ ਵਿੱਚ ਲੋਕ ਰਹਿ ਰਹੇ ਨੇ, ਮੂਲ ਉਹ ਹੈ, ਮੁੱਢ ਉਹ ਹੈ। ਜੇ ਪਠੇ ਸਕਲ ਬਰਸਾਤੇ। ਜੇ ਪਠੇ ਸਕਲ ਬਰਸਾਤੇ, ਜਿਸ ਬੋਲੀ ਨੇ ਸਾਰਿਆਂ ਨੂੰ ਵਰਸਾਇਆ, ਸਾਰਿਆਂ ਨੂੰ ਉਪਦੇਸ਼ ਦਿੱਤਾ ਹੈ। ਬਿਨ ਸੰਸਕ੍ਰਿਤ ਜੋ ਭਾਖਾ। ਸੰਸਕ੍ਰਿਤ ਭਾਖਾ ਬੋਲੀ ਤੋਂ ਬਿਨਾ ਵਿੱਚ ਭਗਤ ਗਿਆਨ ਜਿਸ ਰਾਖਾ। ਹਾਂ, ਜਿਹੜੀ ਆਮ ਲੋਕਾਂ ਦੀ ਬੋਲੀ ਹੈ ਨਾ, ਸਤਿਗੁਰੂ ਜੀ ਕਹਿੰਦੇ ਉਹਦੇ ਵਿੱਚ ਭਗਤੀ, ਗਿਆਨ, ਪਰਮਾਤਮਾ ਦੀ ਪ੍ਰਾਪਤੀ ਦਾ ਉਪਦੇਸ਼ ਰੱਖਿਆ ਹੈ। ਫਿਰ ਦੱਸੋ ਜੀ ਵੱਡਾ ਕੀ ਹੋਇਆ? ਪਰਮਾਤਮਾ ਦੀ ਪ੍ਰਾਪਤੀ ਦਾ ਉਪਦੇਸ਼ ਵੱਡਾ ਹੋਇਆ ਕਿ ਬੋਲੀ ਵੱਡੀ ਹੋਈ? ਬੋਲੀ ਮਹਾਰਾਜ ਕਹਿੰਦੇ ਜਿਹੜੇ ਇਲਾਕੇ ਵਿੱਚ ਗਏ ਹੋ ਉਹ ਬੋਲੀ ਵਿੱਚ ਹੀ ਉਪਦੇਸ਼ ਦੇਣਾ ਪੈਣਾ ਹੈ, ਇਸ ਲਈ ਮੁੱਢ ਉਹ ਹੈ। ਤੇ ਮਹਾਰਾਜ ਕਹਿੰਦੇ ਇਸ ਆਮ ਲੋਕਾਂ ਦੀ ਭਾਸ਼ਾ ਵਿੱਚ ਭਗਤੀ ਅਤੇ ਗਿਆਨ, ਪਰਮਾਤਮਾ ਦੀ ਪ੍ਰਾਪਤੀ ਦਾ ਉਪਦੇਸ਼ ਰੱਖਿਆ, ਇਸ ਲਈ ਵੱਡਾ ਇਹ ਹੈ। ਫਿਰ ਮਹਾਰਾਜ ਹੋਰ ਦ੍ਰਿਸ਼ਟਾਂਤ ਦੇ ਕੇ ਸਮਝਾਉਣਗੇ। ਜਦੋਂ ਗੱਲ ਸਮਝ ਵਿੱਚ ਪਵੇਗੀ ਫਿਰ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਭੌਰਾ ਬਣ ਕੇ ਸਿੱਖੀ ਧਾਰਨ ਕਰੇਗਾ। ਇਹ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ। ਮਹਾਰਾਜ ਕਿਰਪਾ ਕਰਨ, ਗੁਰਦੇਵ ਦਾ ਦਿੱਤਾ ਹੋਇਆ ਉਪਦੇਸ਼ ਸਾਡੇ ਹਿਰਦਿਆਂ 'ਚ ਵਸੇ, ਇਹਨਾਂ ਬਚਨਾਂ ਦੀ ਕਮਾਈ ਕਰ ਸਕੀਏ। ਉਪਦੇਸ਼ ਸਤਿਗੁਰਾਂ ਨੇ ਇਹੋ ਹੀ ਦਿੱਤਾ ਹੈ ਕਿ ਕੋਈ ਇੱਕ ਧਰਮ, ਇੱਕ ਵਰਨ, ਇੱਕ ਜਾਤੀ, ਇੱਕ ਭੇਖ, ਇੱਕ ਬੋਲੀ ਹੀ ਉਹ ਪਰਮਾਤਮਾ ਦੀ ਨਹੀਂ। ਤੂੰ ਤਾਂ ਸਾਰਿਆਂ ਦੇ ਵਿੱਚ ਵਸ ਰਿਹਾ ਹੈ, ਸਾਰੇ ਸਰੂਪ ਤੇਰੇ ਨੇ, ਸਾਰੇ ਵਰੋਸਾਏ ਹੋਏ ਧਰਮ, ਜਾਤੀਆਂ, ਇਹ ਸਾਰਿਆਂ ਵਿੱਚ ਤੂੰ ਆਪ ਬੈਠਾ ਹੈ। ਪਰ ਜੇ ਤੇਰੀ ਕਿਰਪਾ ਦੇ ਨਾਲ
ਜੇ ਹਿਰਦੇ ਘਰ ਵਿੱਚ ਤੂੰ ਦਿਸ ਜਾਵੇਂ ਫਿਰ ਹੀ ਸਾਰਿਆਂ ਦੇ ਹਿਰਦੇ ਵਿੱਚ ਤੂੰ ਦਿਸੇਂਗਾ। ਜਿੰਨਾ ਚਿਰ ਆਪਣੇ ਹਿਰਦੇ 'ਚ ਘਰ ਵਿੱਚ ਨਹੀਂ ਦਿਸਿਆ ਉਹ ਫਿਰ ਹੋਰ ਵੀ ਕਿਸੇ ਵਿੱਚ ਉਹਦੇ ਦਰਸ਼ਨ ਨਹੀਂ ਹੁੰਦੇ। ਕੇਵਲ ਉਹਨੂੰ ਇੱਕ ਥਾਂ ਤੇ ਮੰਨਣ ਵਾਲਿਓ, ਇੱਕ ਪੱਥਰ ਵਿੱਚ ਕਲਪਣ ਵਾਲਿਓ, ਸਾਰੀ ਸ੍ਰਿਸ਼ਟੀ ਵਿੱਚ ਉਹਦੇ ਨਿਵਾਸ ਨੂੰ ਦੇਖੋ। ਮਨੁੱਖਤਾ ਦੇ ਨਾਲ ਪਿਆਰ ਕਰੋ, ਸੰਸਾਰ ਦੇ ਨਾਲ ਪਿਆਰ ਕਰੋ। ਇਹ ਗੁਰੂ ਸਾਹਿਬ ਜੀ ਨੇ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ। ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ ਜੀ, ਅੱਗੇ ਵਾਸਤੇ ਅਸੀਸ ਦੇਣੀ। ਲਖ ਮੂਲ ਸੁਭਾਖਾ ਜਾਂ ਤੇ ਜਿਹ ਪਠੇ ਸਕਲ ਬਰਸਾਤੇ, ਬਿਨ ਸੰਸਕ੍ਰਿਤ ਸੁ ਭਾਖਾ ਵਿੱਚ ਭਗਤ ਗਿਆਨ ਜਿਸ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ।